ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ BA ਭਾਗ ਪਹਿਲਾ ਪੰਜਾਬੀ ਸਾਹਿਤ ਦੇ ਵਿਦਿਆਰਥੀਓ, ਤੁਹਾਡੇ ਪਾਠਕ੍ਰਮ ਵਿੱਚ ਨਿਰਧਾਰਤ ਪਾਠ ਪੁਸਤਕ ਕਾਂਗੀ ਯਾਤਰਾ, ਜਿਸ ਦੇ ਸੰਪਾਦਕ ਡਾਕਟਰ ਰਘਵੀਰ ਸਿੰਘ ਅਤੇ ਡਾਕਟਰ ਸਤੀਸ਼ ਕੁਮਾਰ ਵਰਮਾ ਹਨ, ਵਿੱਚ ਸ਼ਾਮਲ ਕੀਤੀ ਗਈ ਬਲਵੰਤ ਗਾਰਗੀ ਦੀ ਕਾਂਗੀ ਜਵਾਈ ਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਆਪਾਂ ਬਲਵੰਤ ਗਾਰਗੀ ਦੀ ਪੰਜਾਬੀ ਸਾਹਿਤ ਨੂੰ ਦੇਣ, ਪੰਜਾਬੀ ਨਾਟਕ ਨੂੰ ਦੇਣ ਅਤੇ ਇਸ ਇਕਾਂਗੀ ਦੇ ਵਿਸ਼ੇ ਵਸਤੂ ਨੂੰ ਇਸ ਲੈਕਚਰ ਦੇ ਵਿੱਚ ਪੇਸ਼ ਕਰਾਂਗੇ, ਵਿਚਾਰਾਂਗੇ, ਚਰਚਾ ਕਰਾਂਗੇ। ਪਹਿਲਾਂ ਆਪਾਂ ਬਲਵੰਤ ਗਾਰਗੀ ਦੇ ਬਾਰੇ ਚਰਚਾ ਕਰਦੇ ਹਾਂ। ਬਲਵੰਤ ਗਾਰਗੀ ਦਾ ਜਨਮ 1916 ਈਸਵੀ ਨੂੰ ਹੋਇਆ ਸੀ। ਉਹ ਪੰਜਾਬੀ ਦਾ ਇੱਕ ਪ੍ਰਮੁੱਖ ਨਾਟਕਕਾਰ ਹੈ। ਉਹਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਹਿਣਾ ਦੇ ਵਿੱਚ ਹੋਇਆ ਸੀ 1916 ਈਸਵੀ ਨੂੰ, 4 ਦਸੰਬਰ 1916 ਨੂੰ। ਵਿਦਿਆਰਥੀਓ, ਇਹ ਪਿੰਡ ਕਿਸੇ ਟਾਈਮ ਬਠਿੰਡਾ ਦੇ ਵਿੱਚ ਸੀਗਾ, ਪਰ ਵਰਤਮਾਨ ਸਮੇਂ ਵਿੱਚ ਇਹ ਬਰਨਾਲਾ ਜ਼ਿਲ੍ਹੇ ਦਾ ਪਿੰਡ ਹੈ ਔਰ ਇਹ ਬਹੁਤ ਵੱਡਾ, ਕਾਫੀ ਵੱਡਾ ਕਸਬਾ ਹੈ। ਜਦੋਂ ਅਸੀਂ ਭਗਤੇ ਤੋਂ ਬਰਨਾਲੇ ਨੂੰ ਜਾਂਦੇ ਹਾਂ, ਮੇਨ ਰੋਡ ਤੇ ਇਹ ਰਹਿ ਜਾਂਦਾ ਹੈ। ਬਲਵੰਤ ਗਾਰਗੀ ਨੇ FC ਕਾਲਜ ਲਾਹੌਰ ਤੋਂ ਰਾਜਨੀਤਿਕ ਸ਼ਾਸਤਰ ਅਤੇ ਅੰਗਰੇਜ਼ੀ ਦੀ MA ਤੱਕ ਦੀ ਸਿੱਖਿਆ ਹਾਸਲ ਕੀਤੀ। ਆਪਣਾ ਜੀਵਨ ਉਸਨੇ ਇੱਕ ਸੁਤੰਤਰ ਲੇਖਕ, ਨਾਟਕਕਾਰ, ਨਿਰਦੇਸ਼ਕ ਅਤੇ ਪੱਤਰਕਾਰ ਵਜੋਂ ਸ਼ੁਰੂ ਕੀਤਾ। ਉਸ ਸਮੇਂ ਵਿਦਿਆਰਥੀਓ, ਪੰਜਾਬ ਦੀ ਰਾਜਧਾਨੀ ਲਾਹੌਰ ਸੀ। ਸਾਂਝੇ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ, ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕੀਤੀ ਜਾ ਰਹੀ ਹੈ, ਤੇ ਸੋ ਬਹੁਤ ਵੱਡਾ ਵਿਦਿਅਕ ਸੈਂਟਰ ਸੀਗਾ ਲਾਹੌਰ। ਸ਼ੁਰੂ ਦੇ ਵਿੱਚ ਵਿਦਿਆਰਥੀਓ ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਕੋਲ ਪ੍ਰੀਤਨਗਰ ਰਹਿੰਦਾ ਸੀ। ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਇੱਕ ਅਜਿਹਾ ਨਗਰ ਵਸਾਇਆ ਸੀ ਜਿਹਦੇ ਵਿੱਚ ਪੰਜਾਬੀ ਲੇਖਕਾਂ ਨੂੰ ਰਹਿਣ ਦਾ ਸੱਦਾ ਦਿੱਤਾ ਗਿਆ ਸੀ ਤੇ ਉੱਥੇ ਸ਼ਾਂਤੀ ਦੇ ਨਾਲ ਪੰਜਾਬੀ ਸਾਹਿਤ ਲਿਖਣ ਦੀ ਜਾਂ ਸਾਹਿਤ ਦੀ ਰਚਨਾ ਕਰਨ ਦੀ ਪ੍ਰੇਰਨਾ ਉਹ ਦਿੰਦਾ ਸੀ। ਉਸ ਤਰ੍ਹਾਂ ਦੀਆਂ ਸੁਵਿਧਾਵਾਂ ਸਾਰੀਆਂ ਉੱਥੇ ਮਿਲਦੀਆਂ ਸੀ। ਦੇਸ਼ ਵੰਡ ਤੋਂ ਪਿੱਛੋਂ ਉਸਨੂੰ ਦਿੱਲੀ ਰਹਿਣ ਦਾ ਮੌਕਾ ਮਿਲਿਆ। ਨਾਟਕੀ ਪਰੰਪਰਾਵਾਂ ਦੀ ਖੋਜ ਅਤੇ ਨਵੀਆਂ ਮੰਚ ਵਿਧੀਆਂ ਦੀ ਤਲਾਸ਼ ਕਰਨ ਲਈ ਉਸਨੇ ਕਈ ਦੇਸ਼ ਪ੍ਰਦੇਸ਼ਾਂ ਦੇ ਚੱਕਰ ਲਾਏ। ਵੱਖ-ਵੱਖ ਦੇਸ਼ਾਂ ਦੇ ਵਿੱਚ ਉਹ ਘੁੰਮਿਆ ਫਿਰਿਆ। ਪੰਜਾਬੀ ਨਾਟਕ ਦੇ ਬਾਹਰਲੇ ਦੇਸ਼ਾਂ ਵਿੱਚ ਪਹਿਚਾਣ ਕਰਾਉਣ ਦੇ ਮੁੱਢਲੇ ਯਤਨ ਵੀ ਬਲਵੰਤ ਗਾਰਗੀ ਨੇ ਕੀਤੇ। 1964 ਈਸਵੀ ਤੋਂ ਲੈ ਕੇ 1966 ਈਸਵੀ ਤੱਕ ਉਸਨੇ ਯੂਨੀਵਰਸਿਟੀ ਆਫ ਵਾਸ਼ਿੰਗਟਨ, ਸਿਆਟਲ, ਅਮਰੀਕਾ ਵਿੱਚ ਭਾਰਤੀ ਨਾਟਕ ਦੇ ਪ੍ਰੋਫੈਸਰ ਦੇ ਤੌਰ ਤੇ ਕੰਮ ਕੀਤਾ ਤੇ ਪੰਜਾਬੀ ਨਾਟਕ ਦਾ ਮੰਚਨ ਕੀਤਾ। 1968 ਤੋਂ 1976 ਈਸਵੀ ਤੱਕ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਭਾਰਤੀ ਥੀਏਟਰ ਵਿਭਾਗ ਦਾ ਪ੍ਰੋਫੈਸਰ ਤੇ ਮੁਖੀ ਰਿਹਾ। ਇਸ ਸਮੇਂ ਦੌਰਾਨ ਉਸਨੇ ਪੰਜਾਬੀ ਰੰਗਮੰਚ ਦੇ ਵਿਕਾਸ ਨੂੰ ਪ੍ਰਫੁੱਲਿਤ ਕਰਨ ਤੇ ਵੀ ਪੰਜਾਬੀ ਰੰਗਮੰਚ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਵਿਸ਼ੇਸ਼ ਧਿਆਨ ਦਿੱਤਾ ਇਹਦੇ ਵੱਲ ਉਹਨੇ। ਵਿਦਿਆਰਥੀਓ, ਬਲਵੰਤ ਗਾਰਗੀ ਦਾ ਪਹਿਲਾ ਪੂਰਾ ਨਾਟਕ ਲੋਹਾ ਕੋਟ 1944 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਤੋਂ ਬਾਅਦ ਉਸਨੇ 1 ਦਰਜਨ ਦੇ ਕਰੀਬ ਹੋਰ ਪੂਰੇ ਨਾਟਕ ਲਿਖੇ ਤੇ ਪ੍ਰਕਾਸ਼ਿਤ ਕਰਵਾਏ। ਇਹ ਹਨ ਸ਼ੈਲ ਪੱਥਰ, ਵਿਸ਼ਵੇਦਾਰ, ਕੇਸਰੋ, ਨਵਾਂ ਮੁੱਢ, ਘੁੱਗੀ, ਸੋਹਣੀ ਮਹੀਵਾਲ, ਕਣਕ ਦੀ ਬੱਲੀ, ਧੂਣੀ ਦੀ ਅੱਗ, ਗਗਨਵੇਂ ਥਾਲ, ਸੁਲਤਾਨ, ਰਜੀਆ, ਸੌਂਕਨ, ਅਵਿਸ਼ਾਰਕਾ। ਗਾਰਗੀ ਦਾ ਪਹਿਲਾ ਕਾਂਗੀ ਸੰਗ੍ਰਹਿ ਕੁਆਰੀ TC 1945 ਦੇ ਵਿੱਚ ਛਪਿਆ ਸੀ। ਇਸ ਤੋਂ ਪਿੱਛੋਂ ਦੋ ਪਾਸੇ 1946 ਦੇ ਵਿੱਚ ਪੱਤਨ ਦੀ ਬੇੜੀ, ਦਸਵੰਧ, ਦੁੱਧ ਦੀਆਂ ਧਾਰਾਂ, ਇਹ ਸਾਰੇ ਉਹਦੇ 94 ਕਾਂਗੀ ਜਿਹੜੇ ਸੀਗੇ ਵੱਖ-ਵੱਖ ਸਮਿਆਂ ਦੇ ਵਿੱਚ ਛਪਦੇ ਰਹੇ। ਚਾਕੂ, ਪੈਂਤੜੇਬਾਜ਼, ਇਹ ਹੋਰ ਉਹਦੇ ਕਾਂਗੀ ਸੰਗ੍ਰਹਿ ਸੀਗੇ। ਇੱਕ TV ਨਾਟਕ ਸੰਗ੍ਰਹਿ ਐਕਟਰਸ ਵੀ ਛਪਿਆ। ਸੋ ਵਿਦਿਆਰਥੀਓ, ਇਹ ਬਲਵੰਤ ਗਾਰਗੀ ਦੀ ਪੰਜਾਬੀ ਸਾਹਿਤ ਨੂੰ ਦੇਣ ਸੀ। ਤੁਹਾਡੇ ਕਾਲਜ ਦੇ ਵਿੱਚ ਇੱਕ ਗਾਰਗੀ ਥੀਏਟਰ ਬਣਿਆ, ਉਹ ਵੀ ਇਹਨਾਂ ਦੀ ਯਾਦ ਦੇ ਵਿੱਚ ਹੀ ਬਣਿਆ। ਕਿਸੇ ਟਾਈਮ ਇਹ ਰਜਿੰਦਰਾ ਕਾਲਜ ਦੇ ਵਿੱਚ ਵੀ ਨਾਟਕ ਦੀ ਤਿਆਰੀ ਕਰਵਾਉਂਦਾ ਰਿਹਾ। ਬਹੁਤ ਪਹਿਲਾਂ ਦੀ ਗੱਲ ਹੈ। ਬਲਵੰਤ ਗਾਰਗੀ ਦਾ ਨਾਟਕ ਕਲਾ ਦਾ ਆਰੰਭ ਭਾਵੇਂ ਯਥਾਰਥਵਾਦੀ ਨਾਟਕ ਪ੍ਰਵਿਰਤੀ ਨਾਲ ਹੁੰਦਾ ਹੈ, ਪਰ ਸਮੇਂ ਦੇ ਬੀਤਣ ਨਾਲ ਉਸਦੀ ਨਾਟ ਸਿਰਜਣ ਕਲਾ ਵਿੱਚ ਮੰਚ ਵਿਧੀਆਂ ਪੱਖੋਂ ਕਾਫੀ ਪਰਿਵਰਤਨ ਆਇਆ, ਵਿਕਾਸ ਕੀਤਾ ਉਸਦੀਆਂ ਜਿਹੜੀਆਂ ਪੇਸ਼ਕਾਰੀਆਂ ਸੀਗੀਆਂ ਮੰਚ ਦੇ ਉੱਪਰ। ਕਣਕ ਦੀ ਬੱਲੀ 1954 ਈਸਵੀ ਦੇ ਵਿੱਚ ਜਿਹੜਾ ਉਹਨੇ ਨਾਟਕ ਲਿਖਣ ਉਪਰੰਤ ਉਸਨੇ ਯਥਾਰਥਵਾਦ ਦੇ ਸੌੜੇ ਘੇਰੇ ਨੂੰ ਤਿਆਗ ਕੇ ਮਹਾਨ ਨਾਟ ਪਰੰਪਰਾ, ਐਬਸਰਡ ਦੀ ਨਾਟ ਪਰੰਪਰਾ ਅਤੇ ਜ਼ੁਲਮ ਦੇ ਥੀਏਟਰ ਦਾ ਚੋਖਾ ਪ੍ਰਭਾਵ ਗ੍ਰਹਿਣ ਕੀਤਾ ਤੇ ਉਹਨੂੰ ਪੰਜਾਬੀ ਸਾਹਿਤ ਦੇ ਵਿੱਚ ਪੇਸ਼ ਕੀਤਾ। ਪੰਜਾਬੀ ਦਾ ਉਹ ਇੱਕ ਅਜਿਹਾ ਨਾਟਕਕਾਰ ਹੈ ਜੋ ਕਿਸੇ ਘਟਨਾ, ਸਥਿਤੀ ਜਾਂ ਵਿਅਕਤੀ ਨੂੰ ਨਾਟਕੀ ਰੂਪ ਪ੍ਰਦਾਨ ਕਰਨ ਵਿੱਚ ਸਭ ਤੋਂ ਵਧੇਰੇ ਮਾਹਰ ਹੈ। ਬਲਵੰਤ ਗਾਰਗੀ ਦੀ ਨਾਟਕ ਕਲਾ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਮਨੁੱਖੀ ਰਿਸ਼ਤਿਆਂ ਦੇ ਆਪਸੀ ਤਣਾਅ ਨੂੰ, ਪਾਤਰਾਂ ਦੀ ਮਾਨਸਿਕ ਪੀੜਾ ਅਤੇ ਵਿਸ਼ੇਸ਼ ਤੌਰ ਤੇ ਔਰਤ ਪਾਤਰ ਦੇ ਜਜ਼ਬਾਤੀ ਵੇਗਾਂ ਨੂੰ ਬੜੀ ਬਖੂਬੀ ਚਿੱਤਰਦਾ ਹੈ। ਔਰਤ ਦੇ ਜਿਹੜੇ ਪਾਤਰ ਹੁੰਦੇ ਆ ਉਹਦੇ ਨਾਟਕਾਂ ਦੇ ਵਿੱਚ, ਉਹਦੀ ਜਿਹੜੀਆਂ ਪਰਤਾਂ ਹੁੰਦੀਆਂ ਉਹ ਆਪਣੇ ਨਾਟਕਾਂ ਦੇ ਵਿੱਚ ਉਹਨਾਂ ਨੂੰ ਖੋਲ੍ਹਦਾ।
ਨਾਟਕ ਵਿਚਲੇ ਤਣਾਅ ਨੂੰ ਤੀਖਣ ਕਰਨ ਲਈ ਉਹ ਆਮ ਤੌਰ ਤੇ ਔਰਤ ਪਾਤਰਾਂ ਦੇ ਕਿਰਦਾਰ ਨੂੰ ਸਮਾਜਿਕ ਮਰਿਆਦਾ ਅਤੇ ਪਰੰਪਰਾਗਤ ਸੋਚ ਦੇ ਵਿਰੋਧ ਵਿੱਚ ਖੜਾ ਕਰਦਾ ਹੈ। ਇਸ ਲਈ ਉਸ ਉੱਪਰ ਇਹ ਦੋਸ਼ ਵੀ ਲੱਗਦਾ ਹੈ ਕਿ ਉਸਨੇ ਔਰਤ ਪਾਤਰ, ਉਹਦੇ ਜਿਹੜੇ ਔਰਤ ਪਾਤਰ ਪੇਸ਼ ਹੋਏ ਆ ਨਾ, ਉਹ ਸਮਾਜਿਕ ਜੀਵਨ ਧਾਰਾ ਦੇ ਪ੍ਰਤੀਕੂਲ ਵਿਚਰਦੇ ਹਨ, ਉਹਦੇ ਉਲਟ ਵਿਚਰਦੇ ਆ। ਬਲਵੰਤ ਗਾਰਗੀ ਦੇ ਬਹੁਤੇ ਨਾਟਕ ਸਮਕਾਲੀ ਜੀਵਨ ਦੀਆਂ ਪਰਿਸਥਿਤੀਆਂ ਨੂੰ ਪੇਸ਼ ਕਰਦੇ ਹਨ। ਭਾਵੇਂ ਉਸਨੇ ਸੁਲਤਾਨ ਰਜੀਆ ਅਤੇ ਗਗਨਮੇ ਥਾਲ ਵਿੱਚ ਇਤਿਹਾਸਕ ਘਟਨਾਵਾਂ ਅਤੇ ਸਮੇਂ ਨੂੰ ਆਧਾਰ ਬਣਾਇਆ, ਬਲਵੰਤ ਗਾਰਗੀ ਦੀ ਮੰਚ ਸੂਝ ਬਹੁਤ ਪ੍ਰਚੰਡ ਹੈ। ਉਸ ਲਈ ਨਾਟਕ ਦੀ ਕਸਵੱਟੀ ਮੰਚ ਹੈ। ਉਸਦੇ ਨਾਟਕ ਮੰਚਿਤ ਹੋਣ ਪਿੱਛੋਂ ਪੁਸਤਕ ਰੂਪ ਵਿੱਚ ਆਉਂਦੇ ਹਨ। ਪ੍ਰਤੀਕਾਂ ਰਾਹੀਂ ਨਾਟਕ ਨੂੰ ਉਸਾਰਨਾ, ਜਜ਼ਬੇ ਦੀ ਟੱਕਰ ਨੂੰ ਪੇਸ਼ ਕਰਨਾ, ਦਰਸ਼ਕਾਂ ਵਿੱਚ ਲਟਕਾਅ ਅਤੇ ਉਤਸੁਕਤਾ ਬਣਾਈ ਰੱਖਣਾ ਉਸਦੀ ਨਾਟਕ ਸੰਰਚਨਾ ਦੇ ਵਿਸ਼ੇਸ਼ ਗੁਣ ਹਨ। ਬਲਵੰਤ ਗਾਰਗੀ ਨੇ ਨਾਟ ਸਿਰਜਣ ਤੋਂ ਛੁੱਟ ਨਾਵਲ, ਕਹਾਣੀ, ਜੀਵਨੀ, ਰੇਖਾ ਚਿੱਤਰ, ਆਲੋਚਨਾ, ਖੋਜ ਖੇਤਰ ਵਿੱਚ ਵੀ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ। ਉਹ ਪੰਜਾਬੀ ਤੋਂ ਛੁੱਟ ਅੰਗਰੇਜ਼ੀ ਵਿੱਚ ਵੀ ਲਿਖਦਾ ਹੈ। ਆਲੋਚਨਾ ਦੀ ਪੁਸਤਕ ਰੰਗਮੰਚ ਲਈ ਉਸ ਨੂੰ ਸਾਹਿਤਕ ਅਕਾਦਮੀ ਦਾ ਪੁਰਸਕਾਰ ਮਿਲ ਚੁੱਕਾ ਹੈ। ਇੱਕ ਉਹਨਾਂ ਦੀ ਸਵੈ ਜੀਵਨੀ ਹੈ ਨੰਗੀ ਧੁੱਪ, ਉਹ ਵੀ ਪ੍ਰਕਾਸ਼ਿਤ ਹੋਈ ਹੈ। ਬਲਵੰਤ ਗਾਰਗੀ ਦੇ ਜਿਹੜਾ ਇਸ ਕਾਂਗੀ ਯਾਤਰਾ ਦੇ ਵਿੱਚ ਕਾਂਗੀ ਪੇਸ਼ ਕੀਤੀ ਉਹ ਹੈਗੀ ਜਵਾਈ। ਇਹਦੇ ਆਪਾਂ ਸੰਖੇਪ ਸਾਰ ਦੀ ਗੱਲ ਹੁਣ ਕਰਦੇ ਹਾਂ, ਉਸ ਤੋਂ ਬਾਅਦ ਫਿਰ ਇਹ ਮੁੱਖ ਕਾਂਗੀ ਨੂੰ ਪੜਾਂਗੇ ਆਪਾਂ। ਬਲਵੰਤ ਗਾਰਗੀ ਦੇ ਨਾਟਕ ਆਮ ਤੌਰ ਤੇ ਮਨੋਵਿਗਿਆਨਕ ਸਮੱਸਿਆਵਾਂ ਨਾਲ ਜੁੜੇ ਹੁੰਦੇ ਹਨ, ਜਿਨ੍ਹਾਂ ਨੂੰ ਪ੍ਰਤੀਕਾਤਮਕ ਢੰਗ ਨਾਲ ਕਾਵਿਮਈ ਭਾਸ਼ਾ ਰਾਹੀਂ ਉਭਾਰਦਾ ਹੈ। ਪਰ ਉਸਦਾ ਇਕਾਂਗੀ ਜਵਾਈ ਇਸ ਲੀਕ ਤੋਂ ਹਟਵਾਂ ਇਕਾਂਗੀ ਹੈ। ਇਸ ਵਿੱਚ ਉਹ ਇਨਕਲਾਬੀ ਲਹਿਰ ਨੂੰ ਪੇਸ਼ ਕਰਦਾ ਹੈ। ਇਹ ਨਾਟਕ 1943 ਈਸਵੀ ਦੀ ਘਟਨਾ ਤੇ ਆਧਾਰਿਤ ਹੈ, ਜਦੋਂ ਪਟਿਆਲਾ ਰਿਆਸਤ ਵਿੱਚ ਮੁਜ਼ਾਹਰਿਆਂ ਤੇ ਵਿਸਵੇਦਾਰਾਂ ਦੀ ਟੱਕਰ ਸੀ। ਇਕਾਂਗੀਕਾਰ ਨੇ ਇਹ ਇਕਾਂਗੀ ਇਨਕਲਾਬੀ ਲਹਿਰ ਪ੍ਰਤੀ ਸਤਿਕਾਰ ਵਜੋਂ ਰਚਿਆ। ਭਾਵੇਂ ਇਹ ਇਕਾਂਗੀ ਇੱਕ ਵਿਸ਼ੇਸ਼ ਘਟਨਾ ਤੇ ਆਧਾਰਿਤ ਹੈ, ਪਰ ਇਸ ਦਾ ਨਾਇਕ ਅਜਿਹਾ ਇਨਕਲਾਬੀ ਹੈ ਜੋ ਸਰਬਕਾਲੀ ਨਾਇਕ ਦਾ ਦਰਜਾ ਰੱਖਦਾ ਹੈ, ਕਿਉਂਕਿ ਜਦੋਂ ਵੀ ਇਨਕਲਾਬ ਦੀ ਗੱਲ ਚੱਲਦੀ ਹੈ ਉਸ ਵੇਲੇ ਉਸ ਸਮੇਂ ਦੀ ਸਰਕਾਰਾਂ ਨੇ ਜਿਹੜੀ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ। ਵਰਤਮਾਨ ਯੁੱਗ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਈ ਸੰਘਰਸ਼ ਚੱਲ ਰਹੇ ਹੈਗੇ ਆ। ਇਹਨੇ ਵੀ, ਇਸ ਸੰਘਰਸ਼ ਨੇ ਬਹੁਤ ਸਾਰੇ ਨਾਇਕ ਦਿੱਤੇ। ਜਦੋਂ ਕੋਈ ਸੰਘਰਸ਼ ਸਮਾਜ ਦੇ ਵਿੱਚ ਚੱਲਦਾ, ਲੋਕਾਂ ਦੇ ਲੋਕ ਪੱਖੀ ਲਹਿਰਾਂ ਚੱਲਦੀਆਂ, ਸਰਕਾਰ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਬਾਉਣ ਦੀ ਕੋਸ਼ਿਸ਼ ਕਰਦੀ ਹੈ। ਪਰ ਆਪਣੇ ਜਜ਼ਬੇ ਨਾਲ ਜੁੜੇ ਹੋਏ ਇਨਕਲਾਬੀ ਕਿਸੇ ਵੀ ਔਕੜ ਦੀ ਪਰਵਾਹ ਨਹੀਂ ਕਰਦੇ। ਇਕਾਂਗੀਕਾਰ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਿਸੇ ਵੀ ਇਨਕਲਾਬ ਵਿੱਚ ਔਰਤ ਦਾ ਵੱਡਾ ਰੋਲ ਹੁੰਦਾ ਹੈ। ਰੂਪੋਸ਼ੀ ਦੇ ਦੌਰ ਵਿੱਚ ਇਨਕਲਾਬੀ ਘਰਾਂ ਵਿੱਚ ਪਨਾਹ ਲੈਂਦੇ ਹਨ ਤੇ ਮਾਵਾਂ ਤੇ ਭੈਣਾਂ ਉਹਨਾਂ ਦੀ ਮਦਦ ਕਰਦੀਆਂ ਹਨ। ਇਉਂ ਲੁਕਵੇਂ ਰੂਪ ਵਿੱਚ ਔਰਤ ਦਾ ਹਰ ਇਨਕਲਾਬ ਵਿੱਚ ਯੋਗਦਾਨ ਹੁੰਦਾ ਹੈ। ਜਵਾਈ ਵਿਚਲੀ ਨਿਹਾਲ ਕੌਰ ਵੀ ਇੱਕ ਅਜਿਹੀ ਪਾਤਰ ਹੈ ਜੋ ਆਪਣੇ ਪਤੀ ਦੇ ਇਨਕਲਾਬੀ ਰਹੇ ਹੋਣ ਕਾਰਨ ਸਾਰੀ ਉਮਰ ਦੁੱਖ ਭੋਗਦੀ ਹੈ ਤੇ ਹਰ ਇਨਕਲਾਬੀ ਨੂੰ ਲਗਭਗ ਨਫ਼ਰਤ ਦੀ ਨਜ਼ਰ ਨਾਲ ਉਹ ਦੇਖਦੀ ਹੈ। ਪਰ ਘਰ ਆਏ ਇਨਕਲਾਬੀ ਹਿੰਮਤ ਸਿੰਘ ਦੀ ਮਦਦ ਕਰਦੀ ਹੈ ਉਹ, ਅਤੇ ਉਸ ਨੂੰ ਆਪਣਾ ਜਵਾਈ ਦੱਸ ਕੇ ਪੁਲਿਸ ਤੋਂ ਬਚਾ ਲੈਂਦੀ ਹੈ। ਇਕਾਂਗੀ ਦਾ ਸਿਖਰ ਉਦੋਂ ਆਉਂਦਾ ਹੈ, ਇਸ ਇਕਾਂਗੀ ਦਾ ਜਿਹੜਾ ਸਿਖਰ ਹੈ ਉਦੋਂ ਵਾਪਰਦਾ ਜਦੋਂ ਇਨਕਲਾਬੀ ਹਿੰਮਤ ਸਿੰਘ ਦੇ ਜਾਣ ਤੋਂ ਬਾਅਦ ਉਸ ਦਾ ਸੱਚਮੁੱਚ ਦਾ ਜਵਾਈ ਸਰਵਣ ਸਿੰਘ ਆਉਂਦਾ ਹੈ ਤੇ ਪੁਲਿਸ ਉਸ ਨੂੰ ਸੱਚਮੁੱਚ ਇਨਕਲਾਬੀ ਸਮਝ ਕੇ ਪਕੜ ਲੈਂਦੀ ਹੈ। ਇਉਂ ਇਨਕਲਾਬੀ ਦੀ ਖਾਤਰ ਆਪਣੀ ਧੀ ਬਚਨੋਂ ਦੇ ਦੁੱਖਾਂ ਦਾ ਕਾਰਨ ਬਣ ਜਾਂਦੀ ਹੈ। ਇਸ ਇਕਾਂਗੀ ਵਿੱਚ ਵੀ ਗਾਰਗੀ ਨੇ ਆਪਣੀ ਨਾਟਕ ਸ਼ੈਲੀ ਅਨੁਸਾਰ ਪ੍ਰਤੀਕ ਅਤੇ ਕਾਵਿ ਭਾਸ਼ਾ ਦਾ ਇਸਤੇਮਾਲ ਕੀਤਾ ਹੈ, ਲੇਕਿਨ ਮੁੱਖ ਰੂਪ ਵਿੱਚ ਇਹ ਇਕਾਂਗੀ ਯਥਾਰਥਵਾਦੀ ਢੰਗ ਨਾਲ ਉਸਰਦਾ ਹੈ, ਜਿਸ ਵਿੱਚ ਕਾਟਮੇ ਸੰਵਾਦ ਰਾਹੀਂ ਨਾਟਕੀ ਕਾਰਜ ਮਗਦਾ ਹੈ, ਜੋ ਕਿ ਗਾਰਗੀ ਦੀ ਨਾਟਕ ਸ਼ੈਲੀ ਦਾ ਇੱਕ ਹੋਰ ਗੁਣ ਹੈ। ਸੋ ਵਿਦਿਆਰਥੀਓ, ਇਹ ਇਸ ਇਕਾਂਗੀ ਦੇ ਵਿੱਚ ਪੇਸ਼ ਹੋਣ ਵਾਲਾ ਮੁੱਖ ਵਿਸ਼ਾ ਹੈ। ਹੁਣ ਆਪਾਂ ਇਹਦੀ ਪੜ੍ਹਤ ਲੈਂਦੇ ਹਾਂ, ਫਿਰ ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਇਸ ਇਕਾਂਗੀ ਦੇ ਵਿੱਚ ਵਿਦਿਆਰਥੀਓ ਪਾਤਰ ਹੈ ਜਿਹੜੇ ਨਿਹਾਲ ਕੌਰ ਹੈ, ਇਹ ਕਿਸਾਨ ਔਰਤ ਹੈ, ਬਚਨੋਂ ਨਿਹਾਲ ਕੌਰ ਦੀ ਧੀ ਹੈ। ਸਰਵਣ ਸਿੰਘ ਤੇ ਹਿੰਮਤ ਸਿੰਘ ਦੋ ਹੋਰ ਪਾਤਰ ਹੈ। ਸਰਵਣ ਸਿੰਘ ਬਚਨੋਂ ਦਾ ਪਤੀ ਹੈ, ਹਿੰਮਤ ਸਿੰਘ ਇਨਕਲਾਬੀ ਹੈ। ਇਸ ਤੋਂ ਇਲਾਵਾ ਥਾਣੇਦਾਰ, ਸਿਪਾਹੀ ਵਗੈਰਾ ਵੀ ਇਸ ਇਕਾਂਗੀ ਦੇ ਵਿੱਚ ਆਉਂਦੇ ਆ। ਵਿਦਿਆਰਥੀਓ, ਕੁਝ ਵਿਦਿਆਰਥੀਆਂ ਨੇ ਮੈਨੂੰ ਪ੍ਰਸ਼ਨ ਕੀਤਾ ਸੀ ਕਿ ਪਰਦਾ ਉੱਠਦਾ ਹੈ ਤੇ ਪਰਦਾ ਗਿਰਦਾ ਹੈ, ਇਹਦਾ ਕੀ ਭਾਵ ਹੈ ਸਰ? ਵਿਦਿਆਰਥੀ, ਜਦੋਂ ਕੋਈ ਵੀ ਇਕਾਂਗੀ ਸ਼ੁਰੂ ਹੁੰਦਾ ਨਾ, ਉਦੋਂ ਪਹਿਲਾਂ ਜਦੋਂ ਮੰਚ ਦੇ ਉੱਪਰ ਸ਼ੁਰੂ ਹੁੰਦਾ ਹੈ ਤੇ ਇੱਕ ਪਰਦਾ ਲਾਇਆ ਜਾਂਦਾ ਤਾਂ ਕਿ ਉਸਦੇ ਪਿਛਲੇ ਪਾਸੇ ਤਿਆਰੀ ਕੀਤੀ ਜਾ ਸਕੇ। ਜਿਹੜੇ ਪਾਤਰ ਹੁੰਦੇ ਆ ਤਿਆਰੀ ਕਰ ਰਹੇ ਹੁੰਦੇ ਆ, ਤੇ ਜਦੋਂ ਸ਼ੁਰੂ ਹੁੰਦਾ ਉਹ ਨਾਟਕ ਤੇ ਉਸ ਦੇ ਨਾਲ ਹੀ ਪਰਦਾ ਚੁੱਕਿਆ ਜਾਂਦਾ, ਪਾਸੇ ਹਟਾ ਦਿੱਤਾ ਜਾਂਦਾ ਤੇ ਨਾਟਕ ਆਪਣਾ ਸ਼ੁਰੂ ਹੋ ਜਾਂਦਾ, ਇਕਾਂਗੀ ਸ਼ੁਰੂ ਹੋ ਜਾਂਦਾ। ਲਾਸਟ ਦੇ ਉੱਪਰ ਜਦੋਂ ਅਖੀਰਲਾ ਸੀਨ ਹੁੰਦਾ ਹੈ, ਨਾਟਕ ਖਤਮ ਹੋ ਜਾਂਦਾ, ਉਦੋਂ ਪਰਦਾ ਗਿਰਦਾ ਹੈ, ਉਸ ਨੂੰ ਕਿਹਾ ਜਾਂਦਾ ਪਰਦਾ ਹੋ ਗਿਆ ਜਾਂ ਪਰਦਾ ਲਿਖਿਆ ਦਿੱਤਾ ਜਾਂਦਾ ਇਕਾਂਗੀ ਦੇ ਵਿੱਚ ਇਕੱਲੇ। ਇਸ ਦਾ ਭਾਵ ਇਹ ਹੈ, ਜਦੋਂ ਇਕਾਂਗੀ ਸ਼ੁਰੂ ਹੁੰਦਾ ਉਦੋਂ ਪਰਦਾ ਚੁੱਕਿਆ ਜਾਂਦਾ ਤਾਂ ਕਿ ਲੋਕਾਂ ਦੇ ਸਾਹਮਣੇ ਉਹ ਆਪਣੀ ਅਦਾਕਾਰੀ ਕਰ ਸਕਣ। ਜਦੋਂ ਅਦਾਕਾਰੀ ਤੇ ਉਹ ਨਾਟਕ ਦਾ ਵਿਸ਼ਾ ਖਤਮ ਹੋ ਜਾਂਦਾ, ਅਦਾਕਾਰੀ ਖਤਮ ਹੋ ਜਾਂਦੀ ਹੈ, ਤਾਂ ਪਰਦਾ
ਗਿਰਾਇਆ ਜਾਂਦਾ ਤਾਂ ਕਿ ਉਹਦੇ ਪਿਛਲੇ ਪਾਸੇ ਜਿਹੜੇ ਪਾਤਰ ਆ ਉਹ ਸਹੀ ਸਥਿਤੀ ਦੇ ਵਿੱਚ ਆਪਣੇ 'ਚ ਆ ਜਾਣ। ਇਸ ਇਕਾਂਗੀ ਦੇ ਵਿੱਚ ਵਿਦਿਆਰਥੀਓ ਕਿਸਾਨ ਦਾ ਘਰ ਨਿਹਾਲ ਕੌਰ ਲਾਲਟਨ ਚੁੱਕੀ ਆਉਂਦੀ ਹੈ, ਬਚਨੋਂ ਕੱਪੜਿਆਂ ਦੀ ਗਠੜੀ ਬੰਨ੍ਹਦੀ ਹੈ। ਲਾਲਟਨ ਬੇਟਾ ਵਿਦਿਆਰਥੀਓ ਉਸ ਸਮੇਂ ਦਾ ਟਾਈਮ ਹੈ ਜਦੋਂ ਲਾਲਟਨਾਂ ਬਿਜਲੀ ਨਹੀਂ ਹੁੰਦੀ ਸੀ, ਲਾਲਟਨਾਂ ਕੰਮ ਸਾਰਿਆ ਜਾਂਦਾ ਸੀ। ਨਿਹਾਲ ਕੌਰ ਸਮਾਨ ਬੰਨ੍ਹ ਲਿਆ, ਬਚਨੋਂ ਕਈ ਵਾਰੀ ਖੋਲਿਆ ਕਈ ਵਾਰੀ ਬੰਨਿਆ। ਪਰਸੋਂ ਦੀ ਗਠੜੀ ਬੰਨ੍ਹ ਕੇ ਅੱਧੀ ਰਾਤ ਤੀਕ ਉਡੀਕਦੀ ਰਹੀ। ਨਿਹਾਲ ਕੌਰ ਉਸਨੇ ਅੱਜ ਆਉਣ ਦਾ ਸੁਨੇਹਾ ਭੇਜਿਆ ਸੀ, ਤੂੰ 2 ਦਿਨ ਪਹਿਲਾਂ ਹੀ ਤਿਆਰੀ ਕਰ ਲਈ। ਬਚਨੋਂ ਦਿਨ ਖੜੇ ਪਹੁੰਚਣਾ ਸੀ, ਹੁਣ ਦੀਵੇ ਬਲ ਉੱਠੇ ਨੇ, ਉਹ ਹਾਲੀ ਤੀਕ ਨਹੀਂ ਆਇਆ। ਮੈਂ ਤਾਂ ਐਵੇਂ ਕੱਪੜਿਆਂ ਦੀ ਗਠੜੀ ਬੰਨ੍ਹ ਲਈ। ਇਹ ਦਰਿਆਈ ਕੁੜਤਾ ਹਾਲੇ ਪਿੰਡੇ ਨੂੰ ਨਹੀਂ ਲਾਇਆ। ਕੱਪੜੇ ਦੀ ਕਿਸਮ ਹੈ ਵਿਦਿਆਰਥੀਓ। ਸੋਚਿਆ ਸੀ ਕਿ ਜੇ ਉਹ ਆ ਜਾਂਦਾ ਤਾਂ ਇਸ ਨੂੰ ਪਾ ਕੇ ਉਸਦੇ ਨਾਲ ਜਾਂਦੀ, ਤੇ ਇਹ ਬਾਂਕਾ ਵੀ ਇੱਕ ਗਹਿਣਾ। ਨਿਹਾਲ ਕੌਰ ਰਾਤ ਨੂੰ ਬਾਂਕਾ ਕੌਣ ਪਾਉਂਦਾ? ਹਨੇਰੇ ਵਿੱਚ ਬਾਂਕਾ ਚੋਰ ਡਾਕੂ ਨੂੰ ਬਾਜਾਂ ਮਾਰਦੇ ਨੇ। ਇਹ ਭਾਵੇਂ ਪ੍ਰਾਹੁਣਾ ਜਵਾਨ ਹੈ, 2-4 ਬੰਦਿਆਂ ਨੂੰ ਇਕੱਲਾ ਨਿਪਟ ਲਵੇ, ਪਰ ਤੂੰ ਇਸ ਨਾਲ ਹੋਵੇਂਗੀ ਤਾਂ ਗੱਲ ਹੋਰ ਹੈ। ਡਾਕੂ ਔਰਤ ਤੇ ਟੂਮਾ ਨੂੰ ਦੇਖ ਕੇ ਉਹ ਸ਼ੇਰ ਹੋ ਜਾਂਦੇ ਨੇ। ਇੱਕ ਔਰਤ ਹੋਵੇ ਇੱਕ ਨਾਲ ਟੂਮਾ ਹੋਣ, ਉਹ ਦੇਖ ਕੇ ਹੋਰ ਵੀ ਪੁੱਛਰ ਜਾਂਦੀ ਹੈ ਤੇ ਉਹਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੇ ਆ। ਬਚਨੋਂ ਗੁਆਂਢਣ ਦੱਸਦੀ ਸੀ ਕਿ ਨਹਿਰ ਟੁੱਟ ਗਈ, ਖੇਤਾਂ ਦੇ ਰਸਤਿਆਂ ਵਿੱਚ ਪਾਣੀ ਭਰ ਗਿਆ, ਸ਼ਾਇਦ ਨਾ ਆਵੇ। ਨਿਹਾਲ ਕੌਰ ਆਏਗਾ ਜ਼ਰੂਰ, 6 ਮਹੀਨੇ ਪਿੱਛੋਂ ਤੈਨੂੰ ਲੈਣ ਆ ਰਿਹਾ। ਸਾਉਣ ਭਾਦੋਂ ਉਹ ਉਡੀਕ ਕਰਦਾ ਰਿਹਾ। ਸਾਉਣ ਭਾਦੋਂ ਦਾ ਉਹ ਉਡੀਕ ਕਰ ਰਿਹਾ। ਪਤਾ ਹੈ ਤੈਨੂੰ ਸਹੁਰਿਆਂ ਤੋਂ ਘਰ ਵਾਲੀ ਨੂੰ ਲਿਆਉਣ ਦਾ ਕਿੰਨਾ ਚਾਅ ਹੁੰਦਾ ਹੈ ਮਰਦਾਂ ਨੂੰ। ਇੱਕ ਵਾਰ ਤੇ ਬਾਪੂ ਨੇ ਮੈਨੂੰ ਲੈ ਆਉਣਾ ਸੀ, ਤੂੰ ਉਦੋਂ 6 ਮਹੀਨਿਆਂ ਦੀ ਸੀ। ਮੀਂਹ ਆਖੇ ਮੈਂ ਅੱਜ ਹੀ ਵਰਨਾ ਹੈ। ਬਿਜਲੀ ਡਿੱਗੀ ਕਿ ਡਿੱਗੀ, ਹਵਾ ਵੀ ਉਦੋਂ ਲੋਹੜਿਆਂ ਦੀ ਚੱਲੀ। ਅੱਧੀ ਰਾਤ ਤੋਂ ਉਸਨੇ ਬੂਹਾ ਆਣ ਖੜਕਾਇਆ, ਮੈਂ ਜਾਗਦੀ ਪਈ ਸਾਂ। ਅਸਲ ਦੇ ਵਿੱਚ ਸਾਉਣ ਮਹੀਨਾ ਜਿਹੜਾ ਹੁੰਦਾ ਸੀਗਾ ਨਾ, ਉਹ ਲੜਕੀਆਂ ਆਪਣੇ ਪੇਕੇ ਘਰ ਚਲੀਆਂ ਜਾਂਦੀਆਂ ਸੀਗੀਆਂ ਤੇ ਉਸ ਤੋਂ ਅਗਲਾ ਜਿਹੜਾ ਭਾਦੋਂ ਦਾ ਮਹੀਨਾ ਹੁੰਦਾ ਸੀ ਉਹਦੇ ਵਿੱਚ ਉਹਨੂੰ ਵਾਪਸ ਲੈ ਆਉਂਦੇ ਸੀਗੇ ਸਹੁਰੇ ਘਰ। ਬਚਨੋਂ ਬਾਪੂ ਦੀ ਗੱਲ ਹੋਰ ਸੀ, 20 ਬੰਦਿਆਂ ਨਾਲ ਟੱਕਰ ਲੈ ਲਵੇ। ਨਿਹਾਲ ਕੌਰ ਇਸੇ ਕਰਕੇ ਜਵਾਨੀ ਵਿੱਚ ਤੁਰ ਗਿਆ। ਜੇ ਉਹ ਵਿਸਵੇਦਾਰਾਂ ਨਾਲ ਨਾ ਪੰਗਾ ਲੈਂਦਾ ਤਾਂ ਅੱਜ ਮੈਂ ਇਉਂ ਬੇਆਸਰਾ ਨਾ ਹੁੰਦੀ। ਇਹ ਵਿਧਵਾ ਔਰਤ ਹੈ ਵਿਚਾਰੀ। ਹੁਣ ਤਾਂ ਮੈਨੂੰ ਤੇਰਾ ਤੇ ਸਰਬਨ ਦਾ ਹੀ ਸਹਾਰਾ ਹੈ। ਇਹ ਇਹਦੀ ਧੀ ਹੈ ਤੇ ਸਰਬਨ ਉਹਦਾ ਜਵਾਈ ਹੈ। ਤੇਰਾ ਬਾਪੂ ਅੱਖੜ ਸੀ, ਵਿਸਵੇਦਾਰਾਂ ਦੇ ਖਿਲਾਫ ਮੋਰਚਾ ਲਾਇਆ, ਖੇਤਾਂ ਵਿੱਚ ਲੜਾਈ ਹੋਈ, ਸਭ ਲੋਕ ਦੌੜ ਗਏ, ਉਹ ਮੁੜ ਨਾ ਆਇਆ। ਮੈਂ ਬਥੇਰਾ ਸਮਝਾਇਆ ਕਿ ਸਰਕਾਰ ਨਾਲ ਟੱਕਰ ਨਹੀਂ ਲਈਦੀ, ਰਾਜੀਨਾਮਾ ਕਰ ਲੈ। ਪਹਿਲਾਂ ਵੀ ਤਾਂ ਕੰਮ ਚੱਲਦੇ ਹੀ ਸਨ, ਕੋਈ ਝਗੜਾ ਨਹੀਂ ਸੀ। ਇਸ ਖੂਨ ਖਰਾਬੇ ਵਿੱਚ ਕੀ ਰੱਖਿਆ ਹੈ? ਬਚਨੋਂ ਮੈਨੂੰ ਬਾਪੂ ਯਾਦ ਨਹੀਂ, ਪਰ ਲੋਕਾਂ ਤੋਂ ਉਸ ਦੀਆਂ ਗੱਲਾਂ ਸੁਣੀਆਂ। ਇਨਕਲਾਬੀ ਹਾਲੇ ਵੀ ਉਸ ਦਾ ਨਾਂ ਲੈ ਕੇ ਮੋਰਚਾ ਲਾਉਂਦੇ ਨੇ। ਨਿਹਾਲ ਕੌਰ ਮੈਂ ਜਾਣਦੀ ਹਾਂ ਇਹਨਾਂ ਇਨਕਲਾਬੀਆਂ ਨੂੰ, ਸਾਰੇ ਪੁਲਿਸ ਨਾਲ ਮਿਲੇ ਹੋਏ ਨੇ। ਇਹਨਾਂ ਨੇ ਹੀ ਤਾਂ ਮੇਰਾ ਘਰ ਉਜਾੜਿਆ, ਮੇਰਾ ਸੁਹਾਗ ਲੁੱਟਿਆ। ਧੀਏ ਤੂੰ ਨਹੀਂ ਜਾਣਦੀ ਮੈਂ ਕਿੰਨੇ ਦੁੱਖ ਝੱਲੇ ਨੇ। ਤੇਰਾ ਬਾਪੂ ਬਿਨਾਂ ਆਈ ਮੌਤ ਮਰ ਗਿਆ। ਇਸੇ ਕਰਕੇ ਮੈਂ ਅੱਜ ਤੀਕ ਕਿਸੇ ਇਨਕਲਾਬੀ ਨੂੰ ਘਰ ਵਿੱਚ ਪੈਰ ਨਹੀਂ ਪਾਉਣ ਦਿੱਤਾ। ਉਹਨਾਂ ਦਾ ਨਾਂ ਸੁਣ ਕੇ ਮੇਰਾ ਲਹੂ ਜੰਮ ਜਾਂਦਾ ਹੈ। ਬਚਨੋਂ ਕੌਣ ਜਾਣੇ ਕੌਣ ਇਨਕਲਾਬੀ ਹੈ, ਕੌਣ ਪੁਲਿਸ ਦਾ ਪਿੱਠੂ ਹੈ। ਪਰਸੋਂ 3 ਬੰਦੇ ਫੜੇ ਨੇ, ਕੱਲ ਉਹਨਾਂ ਨੂੰ ਛੱਡ ਦਿੱਤਾ। ਕੋਈ ਕਹਿੰਦਾ ਰਿਸ਼ਵਤ ਦੇ ਕੇ ਛੁੱਟ ਗਏ, ਕੋਈ ਆਖਦਾ ਮੁਆਫੀ ਮੰਗੇ। ਇਹ ਪੁਲਿਸ ਦੀ ਚਾਲ ਸੀ। ਉਹ ਹਿੰਮਤ ਸਿੰਘ ਨੂੰ ਫੜਨਾ ਚਾਹੁੰਦੀ ਸੀ। ਨਿਹਾਲ ਕੌਰ ਕਿਹੜਾ ਹਿੰਮਤ ਸਿੰਘ? ਉਹ ਧਾਮਕੋਟ ਵਾਲਾ ਬਾਗੀ? ਬਚਨੋਂ ਹਾਂ। ਨਿਹਾਲ ਕੌਰ ਜੇ ਉਹ ਫੜਿਆ ਜਾਵੇ ਤਾਂ ਜੱਟ ਸੁੱਖ ਦਾ ਸਾਹ ਲੈਣ। ਉਸਨੇ ਤੜਥੱਲੀ ਮਚਾ ਰੱਖੀ ਹੈ। ਜਦੋਂ ਇਸ ਇਲਾਕੇ ਵਿੱਚ ਮਾੜਾ ਮੋਟਾ ਚੈਨ ਹੁੰਦਾ ਤਾਂ ਉਹ ਇੱਕਦਮ ਕਿਸੇ ਪਾਸਿਓਂ ਆ ਧਮਕਦਾ ਤੇ ਖੂਨੀ ਚੰਗਾੜੀਆਂ ਛੱਡ ਕੇ ਚਲਾ ਜਾਂਦਾ। ਬਚਨੋਂ ਉਸਦੇ 8 ਸਾਥੀ ਜੇਲ੍ਹ ਵਿੱਚ ਨੇ। ਜੇ ਉਹ ਫੜਿਆ ਜਾਵੇ ਤਾਂ ਉਹ ਸਾਰੇ ਮੁਆਫੀ ਮੰਗ ਲੈਣ, ਪਰ ਜਿੰਨਾ ਚਿਰ ਉਹ ਪੁਲਿਸ ਦੇ ਹੱਥ ਨਹੀਂ ਆਉਂਦਾ ਉਨਾ ਚਿਰ ਜੇਲ੍ਹ ਵਿੱਚ ਵੀ ਬਗਾਵਤ ਰਹੇਗੀ। ਸੁਣਿਆ ਉਹ ਜੇਲ੍ਹ ਵਿੱਚ ਵੀ ਆਪਣੇ ਸਾਥੀਆਂ ਨੂੰ ਖੁਫੀਆ ਸੁਨੇਹੇ ਭੇਜਦਾ ਹੈ। ਨਿਹਾਲ ਕੌਰ ਸਾਡੀ ਪੁਲਿਸ ਵੀ ਨਿਕੰਮੀ ਹੈ, ਨਹੀਂ ਤਾਂ ਮਜਾਲ ਹੈ ਕਿ ਇਹ ਇੱਕ ਬੰਦਾ ਇਸ ਤਰ੍ਹਾਂ ਸਾਰੇ ਇਲਾਕੇ ਵਿੱਚ ਉਦਮ ਮਚਾਉਂਦਾ ਫਿਰੇ। ਬਚਨੋਂ ਉਹ ਤਾਂ ਸਲੇਡਾ ਹੈ, ਹੁਣੇ ਨਜ਼ਰ ਆਇਆ ਤੇ ਹੁਣੇ ਗਾਇਬ। ਉਸ ਨੂੰ ਪਟਿਆਲੇ ਦੇ ਬਾਜ਼ਾਰਾਂ ਵਿੱਚ ਫਿਰਦਿਆਂ ਦੇਖਿਆ ਗਿਆ। ਕਈ ਵਾਰ ਆਪਣੇ ਪਿੰਡ ਦੇ ਖੇਤਾਂ ਵਿੱਚ ਲੋਕਾਂ ਨੂੰ ਸਲਾਹਾਂ ਦਿੰਦਾ ਹੈ। ਕਈ ਵਾਰ ਉਹ ਸਾਧ ਬਣ ਕੇ ਥਾਣੇ ਅੱਗੇ ਬੈਠਾ ਚਿਮਟਾ ਖੜਕਾਉਂਦਾ ਰਿਹਾ। ਉਸ ਨੂੰ ਸਭਨਾਂ ਨੇ ਦੇਖਿਆ ਤੇ ਕਿਸੇ ਨੇ ਵੀ ਨਹੀਂ ਦੇਖਿਆ। ਨਿਹਾਲ ਕੌਰ ਲੋਕਾਂ ਦੀ ਨੀਤ ਭ੍ਰਿਸ਼ਟ ਹੋਈ ਪਈ ਹੈ। ਪਹਿਲਾਂ ਨਾ ਇੰਨੀਆਂ ਚੋਰੀਆਂ ਹੁੰਦੀਆਂ ਸੀ ਤੇ ਨਾ ਹੀ ਡਾਕੇ ਪੈਂਦੇ ਸੀ। ਤੀਵੀਆਂ ਟੂਮਾ ਪਾ ਕੇ ਅੱਧੀ ਰਾਤੋਂ ਇੱਕ ਪਿੰਡ ਤੋਂ ਦੂਜੇ ਇਕੱਲੀਆਂ ਜਾ ਸਕਦੀਆਂ ਸੀ। ਹੁਣ ਦਿਨ ਦਿਹਾੜੇ ਵੀ ਖਤਰਾ ਹੈ। ਕਾਲੇ ਸ਼ਾਹ ਦਾ ਪੁੱਤ ਡੋਲੀ ਲਈ ਆ ਰਿਹਾ ਸੀ। ਕਾਲਾ ਸ਼ਾਹ ਉਹਦਾ ਕੋਈ ਸ਼ਾਹ ਉੱਥੋਂ ਦਾ ਬਾਣੀਏ ਦਾ ਮੁੰਡਾ ਡੋਲੀ ਲਈ ਆ ਰਿਹਾ ਸੀ। ਸਿਖਰ ਦੁਪਹਿਰੇ ਜੰਜ ਲੁੱਟੀ ਗਈ। ਜਿਸ ਖੇਤ ਵਿੱਚ ਇਨਕਲਾਬੀ ਲੁਕੇ ਹੁੰਦੇ ਨੇ ਉਸੇ ਵਿੱਚ ਡਾਕੂ। ਅੰਦਰੋਂ ਸਾਰੇ ਇੱਕੋ ਹੀ ਨੇ।
ਕਈ ਲੋਕ ਆਖਦੇ ਨੇ ਕਿ ਜੰਜ ਲੁੱਟਣ ਵਾਲਾ ਹਿੰਮਤ ਸਿੰਘ ਹੀ ਸੀ। ਬਚਨੋਂ, ਕਿਸੇ ਨੇ ਦੇਖਿਆ ਸੀ? ਨਿਹਾਲ ਕੌਰ, ਹਾਂ, ਪਰ ਉਸਨੂੰ ਪਛਾਣਦਾ ਕੌਣ ਹੈ? ਕੋਈ ਆਖਦਾ ਬੜਾ ਤਕੜਾ ਹੈ, ਕੋਈ ਆਖਦਾ ਮਾਰਚੂਜ ਹੈ, ਕੋਈ ਕਹਿੰਦਾ ਕੋਈ ਉੱਚਾ ਲੰਮਾ ਗੱਭਰੂ ਹੈ, ਕੋਈ ਕਹਿੰਦਾ ਮੂੰਹ ਤੇ ਮਾਤਾ ਦੇ ਦਾਗ ਨੇ, ਇੱਕ ਅੱਖੋਂ ਭੈਂਗਾ ਕੋਈ ਇਹ ਵੀ ਕਹਿੰਦਾ ਹੈ। ਜਿੰਨੇ ਮੂੰਹ ਉਨੀਆਂ ਗੱਲਾਂ। 7 ਸਾਲ ਤੋਂ ਫਰਾਰ ਹੈ। ਭਗੌੜਾ ਕਦੀ ਚੈਨ ਨਾਲ ਨਹੀਂ ਬੈਠ ਸਕਦਾ, ਰੂਹ ਵਾਂਗ ਭਟਕਦਾ ਰਹਿੰਦਾ ਹੈ। ਇਸੇ ਕਰਕੇ ਲੋਕ ਉਸਨੂੰ ਮਨਹੂਸ ਆਖਦੇ ਨੇ। ਤੂੰ ਕੀ ਸੋਚਦੀ ਐ? ਰੋਟੀ ਖਾ ਲੈ, ਕਵੇਲਾ ਹੋ ਜਾਏਗਾ। ਬਚਨੋਂ, ਥੋੜਾ ਚਿਰ ਹੋਰ ਉਡੀਕ ਲਵਾਂ ਉਸਨੂੰ। ਅੱਜ ਕੱਲ ਕੰਮ ਤਾਂ ਜ਼ੋਰ ਹੈ, ਭਾਦੋਂ ਬੀਤ ਗਿਆ। ਮੈਨੂੰ ਚਾਹੀਦਾ ਸੀ ਕਿ ਕੁਝ ਦਿਨ ਪਹਿਲਾਂ ਚਲੀ ਜਾਂਦੀ ਤੇ ਉਸ ਨਾਲ ਕੁਝ ਮਦਦ ਕਰਵਾਉਂਦੀ। ਨਿਹਾਲ ਕੌਰ, ਚਲੀ ਕਿਹਦੇ ਨਾਲ ਜਾਂਦੀ? ਬਚਨੋਂ, ਪਰਸੋਂ ਪੰਡਤ ਨੰਦ ਲਾਲ ਗਿਆ ਸੀ, ਪੁਰੋਹਿਤ, ਉਹਦੇ ਨਾਲ ਚਲੀ ਜਾਂਦੀ। ਨਿਹਾਲ ਕੌਰ, ਮੈਂ ਕਿਸੇ ਗੈਰ ਬੰਦੇ ਨਾਲ ਤੈਨੂੰ ਨਹੀਂ ਭੇਜਾਂਗੀ, ਭਾਵੇਂ ਉਹ ਕੋਈ ਵੀ ਹੋਵੇ। ਤੂੰ ਮਰਦ ਦੀ ਜਾਤ ਨੂੰ ਨਹੀਂ ਜਾਣਦੀ, ਬਹੁਤ ਸ਼ੱਕੀ ਹੁੰਦੀ ਹੈ। ਨਾਲੇ ਸ਼ੋਭਾ ਵੀ ਇਹ ਦਿੰਦਾ ਹੈ ਕਿ ਉਹ ਖੁਦ ਤੈਨੂੰ ਲੈਣ ਆਵੇ। ਇਸ ਨਾਲ ਜਨਾਨੀ ਦੀ ਇੱਜ਼ਤ ਬਣੀ ਰਹਿੰਦੀ ਹੈ। ਬੂਹੇ ਉੱਤੇ ਹਲਕੀ ਜਿਹੀ ਦਸਖਤ ਹੁੰਦੀ ਹੈ। ਲੈ, ਉਹ ਆ ਗਿਆ, ਬੂਹਾ ਖੋਲ। ਬਚਨੋਂ ਲਾਲਟਨ ਲੈ ਕੇ ਬੂਹਾ ਖੋਲਦੀ ਹੈ ਤੇ ਇੱਕ ਆਦਮੀ ਧੰਮ ਕਰਦਾ ਅੰਦਰ ਦਾਖਲ ਹੁੰਦਾ ਹੈ। ਕੌਣ ਹੈ ਤੂੰ? ਬੰਦਾ, ਘਬਰਾਉਣਾ ਨਹੀਂ, ਮੈਂ ਛੇਤੀ ਚਲਾ ਜਾਵਾਂਗਾ। ਬਚਨੋਂ, ਕਿੱਥੇ ਜਾ ਰਿਹਾ ਹੈ? ਠਹਿਰ। ਨਿਹਾਲ ਕੌਰ, ਕੋਈ ਲਫੰਗਾ ਲੱਗਦਾ, ਸਮਝ ਲਿਆ ਤੀਵੀਆਂ ਘਰ ਵਿੱਚ ਕੱਲੀਆਂ ਨੇ, ਜੇ ਅਗਾਂਹ ਵਧਿਆ ਤਾਂ ਇਹ ਮੱਚਦਾ ਹੋਇਆ ਚੋ ਮੱਥੇ 'ਚ ਮਾਰਾਂਗੀ। ਬੰਦਾ ਕਹਿੰਦਾ, ਮੈਂ ਭੁੱਖਾਂ। ਨਿਹਾਲ ਕੌਰ, ਭੁੱਖਾਂ ਇਉਂ ਚੋਰਾਂ ਵਾਂਗ ਕਿਸੇ ਦੇ ਘਰ ਵਿੱਚ ਨਹੀਂ ਘੁਸਦੇ, ਭਲੇ ਮਾਨਸ ਦਾ ਜਣਿਆ ਹੈ ਤਾਂ ਨਿਕਲ ਜਾ ਇੱਥੋਂ। ਬਚਨੋਂ, ਚਲਾ ਜਾ ਹੁਣੇ, ਮੇਰਾ ਘਰ ਵਾਲਾ ਆਉਣ ਵਾਲਾ ਹੈ, ਉਹ ਤੇਰਾ ਸਿਰ ਪਾੜ ਦੇਵੇਗਾ। ਬੰਦਾ, ਮੈਂ ਪਨਾਹ ਲੈਣ ਆਇਆ। ਬਚਨੋਂ, ਤੂੰ ਹੈ ਕੌਣ? ਨਿਹਾਲ ਕੌਰ, ਚੁੱਪ ਕਿਉਂ ਹੋ ਗਿਆ? ਬੋਲ। ਬੰਦਾ, ਪੁਲਿਸ ਮੇਰੇ ਪਿੱਛੇ ਹੈ, ਛੇਤੀ ਹੀ ਉਹ ਇੱਥੇ ਆ ਜਾਏਗੀ, ਮੈਨੂੰ ਕਿਤੇ ਛੁਪਾ ਦਿਓ। ਨਿਹਾਲ ਕੌਰ, ਜੇਲ੍ਹ ਤੋੜ ਕੇ ਦੌੜਿਆ ਜਾਂ ਕਿਸੇ ਦਾ ਖੂਨ ਕੀਤਾ ਜਾਂ ਚੋਰੀ? ਸ਼ਰਮ ਨਹੀਂ ਆਉਂਦੀ ਤੈਨੂੰ? ਤੀਵੀਆਂ ਤੋਂ ਪਨਾਹ ਮੰਗਦਾ। ਬੰਦਾ, ਕਈ ਵਾਰੀ ਜਦੋਂ ਮਰਦਾਂ ਨੇ ਮੈਨੂੰ ਧੋਖਾ ਦਿੱਤਾ ਤਾਂ ਤੀਵੀਆਂ ਨੇ ਹੀ ਮੇਰੀ ਇੱਜ਼ਤ ਬਚਾਈ। ਬਚਨੋਂ, ਤੂੰ ਕੌਣ ਹੈ? ਬੰਦਾ, ਨਾ ਮੈਂ ਜੇਲ੍ਹ ਤੋੜੀ ਹੈ, ਨਾ ਕਿਸੇ ਦਾ ਖੂਨ, ਨਾ ਚੋਰੀ, ਪਰ ਫੇਰ ਵੀ ਜਾਨ ਬਚਾਉਣਾ ਫਿਰਦਾ। ਨਿਹਾਲ ਕੌਰ, ਸ਼ਕਲ ਤੋਂ ਤਾਂ ਤੂੰ ਡਾਕੂ ਲੱਗਦਾ। ਬਚਨੋਂ, ਕਿਸੇ ਦੀ ਸ਼ਕਲ ਉੱਤੇ ਥੋੜਾ ਲਿਖਿਆ ਹੁੰਦਾ ਕਿ ਕੌਣ ਹੈ। ਬੰਦਾ, ਮੈਂ ਇੱਥੇ ਕਦੀ ਨਹੀਂ ਆਉਂਦਾ, ਪਰ ਪਿੰਡ ਦੇ ਸਭਨਾਂ ਘਰਾਂ ਦੇ ਬੂਹੇ ਬੰਦ ਸਨ, ਸਭ ਲੋਕ ਸੌਂ ਗਏ, ਸਿਰਫ ਇੱਥੇ ਰੌਸ਼ਨੀ ਸੀ। ਤੁਸੀਂ ਦੋਵੇਂ ਕੀ ਤੁਸੀਂ ਕਿਸੇ ਦੀ ਉਡੀਕ ਕਰ ਰਹੀਆਂ ਹੋ? ਨਿਹਾਲ ਕੌਰ, ਹਾਂ, ਆਪਣੇ ਜਵਾਈ ਨੂੰ ਉਡੀਕ ਰਹੀ ਹਾਂ। ਉਸਨੇ ਅੱਜ ਆਉਣਾ ਸੀ। ਮੇਰੀ ਧੀ ਨੇ ਇਸੇ ਕਰਕੇ ਸਮਾਨ ਬੰਨ੍ਹ ਰੱਖਿਆ। ਉਹ ਆਉਂਦਾ ਹੀ ਹੋਵੇਗਾ। ਜੇ ਆਪਣੇ ਖੈਰ ਚਾਹੁਣਾ ਹੈ ਤਾਂ ਨਿਕਲ ਜਾ ਇੱਥੋਂ। ਇਹ ਮੇਰੀ ਕਿਸਮਤ ਹੈ ਕਿ ਤੁਸੀਂ ਕਿਸੇ ਦੀ ਉਡੀਕ ਕਰ ਰਹੀ ਹੋ, ਨਹੀਂ ਤਾਂ ਇਹ ਬੂਹਾ ਵੀ ਬੰਦ ਹੁੰਦਾ। ਤੂੰ ਹੈ ਕੌਣ? ਬੰਦਾ, ਅੱਜ ਤੀਕ ਕਿਸੇ ਨੇ ਮੇਰਾ ਨਾਂ ਨਹੀਂ ਪੁੱਛਿਆ। ਤੁਸੀਂ ਹਿੰਮਤ ਸਿੰਘ ਦਾ ਨਾਂ ਸੁਣਿਆ? ਮੈਂ ਹਾਂ ਹਿੰਮਤ ਸਿੰਘ। ਨਿਹਾਲ ਕੌਰ, ਹਿੰਮਤ ਸਿੰਘ? ਬੰਦਾ, ਹਾਂ। ਨਿਹਾਲ ਕੌਰ, ਤਾਮਕੋਟ ਵਾਲਾ? ਬੰਦਾ, ਹਾਂ। ਨਿਹਾਲ ਕੌਰ, ਤਾਮਕੋਟ ਦਾ ਨਾਂ ਸੁਣਦੇ ਹੀ ਮੇਰੇ ਸੀਨੇ ਵਿੱਚ ਅੱਗ ਲੱਗ ਜਾਂਦੀ ਹੈ, ਜਿਵੇਂ ਕਿਸੇ ਨੇ ਤਪਦੇ ਸਰੀਏ ਨਾਲ ਮੇਰੀ ਰੂਹ ਨੂੰ ਦਾਗ ਦਿੱਤਾ ਹੋਵੇ। ਇੱਕ ਗੱਲ ਜਿਹੜੀ ਮੈਂ ਹੁਣ ਤੀਕ ਛੁਪਾ ਰੱਖੀ ਹੈ, ਬਚਨੋਂ ਨੂੰ ਵੀ ਨਹੀਂ ਦੱਸੀ। ਇਸ ਦਾ ਬਾਪੂ ਤਾਮਕੋਟ ਦੇ ਥਾਣੇਦਾਰ ਦੀ ਗੋਲੀ ਨਾਲ ਮਰਿਆ ਸੀ। ਤੂੰ ਉਸ ਦਾ ਪੁੱਤ ਹੈ? ਹਿੰਮਤ ਸਿੰਘ, ਤੂੰ ਸੱਚ ਆਖਦੀ ਹੈ ਮਾਂ? ਮੈਨੂੰ ਮਾਂ ਕਹਿਣ ਵਾਲਾ ਤੂੰ ਕੌਣ ਹੁੰਦਾ? ਮੈਂ ਤੇਰੇ ਘਰ ਪਨਾਹ ਲੈਣ ਆਇਆ। 7 ਸਾਲਾਂ ਤੋਂ ਫਰਾਰ ਹਾਂ, ਪਰ ਮੇਰੇ ਲਈ ਇਲਾਕੇ ਦਾ ਹਰ ਘਰ ਖੁੱਲ੍ਹਾ ਹੈ, ਇਸੇ ਕਰਕੇ ਮੈਂ ਜਿੰਦਾ। ਨਿਹਾਲ ਕੌਰ ਕਹਿੰਦੀ ਹੈ, ਤੇਰੀ ਹਿੰਮਤ ਕਿਵੇਂ ਪਈ ਇਸ ਘਰ ਵਿੱਚ ਪੈਰ ਪਾਉਣ ਦੀ? ਮੈਂ ਉਸਦੇ ਲਹੂ ਨਾਲ ਰੰਗੀ ਮਿੱਟੀ ਚੁੱਕ ਕੇ ਸਹੁੰ ਚੁੱਕੀ ਸੀ ਕਿ ਬਦਲਾ ਲਵਾਂਗੀ। ਅੱਜ ਤੂੰ ਖੁਦ ਹੀ ਇੱਥੇ ਆ ਗਿਆ। ਹੁਣ ਤੈਨੂੰ ਪੁਲਿਸ ਦੇ ਹਵਾਲੇ ਕਰਾਂਗੀ ਤਾਂ ਜੋ ਮੇਰੀ ਆਤਮਾ ਸ਼ਾਂਤ ਹੋਵੇ। ਹਿੰਮਤ ਸਿੰਘ, ਮੇਰਾ ਬਾਪੂ ਸਰਕਾਰੀ ਨੌਕਰ ਸੀ, ਵਫਾਦਾਰ, ਪਰ ਉਸ ਦੀ ਵਫਾਦਾਰੀ ਗਦਾਰੀ ਸਾਬਤ ਹੋਈ। ਉਸ ਨੂੰ ਮਾਰਿਆ ਵੀ ਅੱਜ ਕਈ ਸਾਲ ਹੋ ਗਏ। ਮੈਂ ਫਰਾਰ ਸਾਂ ਜਦੋਂ ਮੈਨੂੰ ਪਤਾ ਲੱਗਾ ਕਿ ਉਹ ਮੰਜੀ ਉੱਤੇ ਪਿਆ ਅੰਤਮ ਸਾਹ ਲੈ ਰਿਹਾ। ਸਭ ਤੋਂ ਵੱਡਾ ਦੁੱਖ ਸੀ ਉਸ ਨੂੰ ਇਹ ਸੀ ਕਿ ਮੈਂ ਸਰਕਾਰ ਦੀ ਵਿਰੋਧਤਾ ਕੀਤੀ। ਉਸ ਦੀਆਂ ਨਜ਼ਰਾਂ ਵਿੱਚ ਮੈਂ ਗਦਾਰ ਸਾਂ। ਉਹ ਮੇਰਾ ਮੂੰਹ ਨਹੀਂ ਸੀ ਦੇਖਣਾ ਚਾਹੁੰਦਾ। ਉਦੋਂ ਕੁਝ ਹੀ ਹੋਇਆ। ਕਹਿੰਦਾ, ਮੈਂ ਲਾਸਟ ਟਾਈਮ ਆਪਣੇ ਪਿਓ ਨੂੰ ਨਹੀਂ ਮਿਲ ਸਕਿਆ। ਨਿਹਾਲ ਕੌਰ, ਤੂੰ ਮੈਨੂੰ ਗੱਲੀ ਨਾ ਲਾ, ਬਹਿਕਾ ਰਿਹਾ ਹੈ। ਹੁਣ ਘਿਰ ਗਿਆ ਤਾਂ ਬਚ ਕੇ ਨੱਸਣ ਦੀ ਰਾਹ ਲੱਭ ਰਿਹਾ ਹੈ, ਪਰ ਇਹ ਚਾਲਾਂ ਬੇਕਾਰ ਹਨ। ਬਚਨੋਂ, ਅਸੀਂ ਇਸ ਨੂੰ ਪੁਲਿਸ ਦੇ ਹਵਾਲੇ ਕਿਉਂ ਕਰੀਏ? ਪੁਲਿਸ ਖੁਦ ਹੀ ਇੱਥੇ ਆ ਜਾਏਗੀ।
ਕਿਸੇ ਨੂੰ ਪਨਾਹ ਦੇਣ ਜਾਂ ਪੜ੍ਹਾਉਣਾ ਦੋਵੇਂ ਖਤਰਨਾਕ ਹਨ। ਅਸੀਂ ਇਹ ਖਤਰਾ ਕਿਉਂ ਸਹੇੜੀਏ, ਭਲਾਈ ਇਸੇ ਵਿੱਚ ਹੈ ਕਿ ਤੂੰ ਇੱਥੋਂ ਚਲਿਆ ਜਾ। ਉਹ ਉਹਦੇ ਨਾਲ ਗੱਲਬਾਤ ਕਰ ਰਹੀਆਂ ਹੈਗੀਆਂ, ਉਹਦੇ ਨਾਲ ਡਾਇਲੋਗ ਕਰ ਰਹੀਆਂ ਹੈਗੀਆਂ। ਹਿੰਮਤ ਸਿੰਘ, ਬੂਟਾਂ ਦੀ ਦਗੜ ਦਗੜ ਸੁਣਾਈ ਦਿੰਦੀ ਹੈ, ਪੁਲਿਸ ਇੱਧਰ ਹੀ ਆ ਰਹੀ ਹੈ। ਨਿਹਾਲ ਕੌਰ, ਪੁਲਿਸ ਨਾ ਆਈ ਤਾਂ ਮੈਂ ਲੋਕਾਂ ਨੂੰ ਇਕੱਠਾ ਕਰ ਲਵਾਂਗੀ। ਤੇਰੇ ਲਹੂ ਵਿੱਚ ਤੇਰੇ ਬਾਪ ਦਾ ਜ਼ੁਲਮ ਹੁਮਕ ਰਿਹਾ ਹੈ। ਮੈਂ ਤੈਨੂੰ ਕਦੀ ਪਨਾਹ ਨਹੀਂ ਦੇਵਾਂਗੀ। ਕੀ ਸੋਚ ਰਿਹਾ ਹੈ? ਹੁਣ ਤੂੰ ਨੱਸ ਨਹੀਂ ਸਕਦਾ। ਉਹ ਬੂਹੇ ਕੋਲ ਪਹੁੰਚ ਗਏ ਨੇ। ਬੂਹੇ ਉੱਤੇ ਭਾਰੀ ਦਸਤਕ ਹੁੰਦੀ ਹੈ, ਕੋਈ ਬੰਦਾ ਉਹਦਾ ਬੂਹਾ ਖੜਕਾਉਂਦਾ। ਬਚਨੋਂ, ਪੁਲਿਸ ਹੈ, ਖਬਰਦਾਰ ਜੇ ਹਿੱਲਿਆ ਮੈਂ ਕੁੰਡੀ ਖੋਲਦੀ ਹਾਂ। ਹਿੰਮਤ ਸਿੰਘ, ਤੇਰਾ ਬਾਪੂ ਕਿਸਾਨਾਂ ਲਈ ਸ਼ਹੀਦ ਹੋਇਆ। ਇਸ ਘਰ ਦਾ ਨਾਂ ਸਦਾ ਇੱਜ਼ਤ ਨਾਲ ਲਿਆ ਜਾਂਦਾ ਹੈ। ਹੁਣ ਤੁਸੀਂ ਦੋਵੇਂ ਇਸ ਦਾ ਨਾਂ ਨੂੰ ਮਿਟਾ ਦੇਵੋਗੀਆਂ। ਬੇਕੂਫ ਬੁੱਢੀਏ, ਮੈਂ ਤੈਨੂੰ ਮਾਂ ਕਿਹਾ ਕਿਉਂਕਿ ਤੂੰ ਉਸ ਸ਼ਹੀਦ ਦੀ ਬੀਵੀ ਹੈ ਜਿਸ ਨੇ ਸਾਨੂੰ ਰੌਸ਼ਨੀ ਦਿਖਾਈ। ਅੱਜ ਤੂੰ ਵੀ ਉਸ ਰੌਸ਼ਨੀ ਨੂੰ ਫੂਕ ਮਾਰ ਕੇ ਬੁਝਾ ਦੇਣਾ ਚਾਹੁੰਦੀ ਹੈ। ਬੂਹੇ ਉੱਤੇ ਭਾਰੀ ਦਸਤਕ। ਨਿਹਾਲ ਕੌਰ ਸਖਤੇ ਵਿੱਚ ਖੜੀ ਹੈ। ਦੁਚਿੱਤੀ ਵਿੱਚ ਦਲਦਲ ਵਿੱਚ ਨਿਕਲ ਕੇ ਉਹ ਇੱਕਦਮ ਕੋਈ ਫੈਸਲਾ ਕਰ ਲੈਂਦੀ ਹੈ। ਨਿਹਾਲ ਕੌਰ, ਠਹਿਰ ਬਚਨੋਂ, ਉਹ ਤਾਂ ਬੂਹਾ ਹੀ ਭੰਨ ਸੁੱਟਣਗੇ। ਆਵਾਜ਼ਾਂ, ਬੂਹਾ ਖੋਲੋ, ਬਾਹਰੋਂ ਕੋਈ ਆਵਾਜ਼ ਦੇ ਰਿਹਾ। ਹਿੰਮਤ ਸਿੰਘ ਨੂੰ, ਤੂੰ ਇੱਥੇ ਹੀ ਚੁੱਲ੍ਹੇ ਕੋਲ ਬੈਠ ਕੇ ਰੋਟੀ ਖਾ। ਇਹ ਪਈ ਹੈ ਥਾਲੀ, ਤੇਰੇ ਆਉਣ ਤੋਂ ਪਹਿਲਾਂ ਅਸੀਂ ਕਿਸੇ ਨੂੰ ਉਡੀਕ ਰਹੀਆਂ ਸੀ। ਛੇਤੀ ਬੈਠ ਜਾ। ਬਚਨੋਂ, ਤੂੰ ਵੀ ਆਪਣੀ ਥਾਲੀ ਲੈ ਕੇ ਇਸ ਦੇ ਕੋਲ ਬੈਠ ਛੇਤੀ। ਲਾਲਟਨ ਮੈਨੂੰ ਦੇ, ਤੁਸੀਂ ਦੋਵੇਂ ਰੋਟੀ ਖਾਓ। ਦੋਵੇਂ ਚੁੱਲ੍ਹੇ ਕੋਲ ਬੈਠ ਕੇ ਰੋਟੀ ਖਾਣ ਲੱਗਦੇ ਹਨ। ਉਹ ਲਾਲਟਨ ਲੈ ਕੇ ਬੂਹਾ ਖੋਲ੍ਹਦੀ ਹੈ। ਥਾਣੇਦਾਰ ਤੇ ਸਿਪਾਹੀ ਦਾਖਲ ਹੁੰਦੇ ਹਨ। ਥਾਣੇਦਾਰ, ਕਿੱਥੇ ਆ ਉਹ? ਸਿਪਾਹੀ ਅੱਗੋਂ ਕਹਿੰਦੇ, ਇਸੇ ਪਾਸੇ ਆਇਆ ਸੀ। ਨਿਹਾਲ ਕੌਰ, ਕੌਣ? ਥਾਣੇਦਾਰ, ਇੰਨੇ ਚਿਰ ਤੋਂ ਬੂਹਾ ਖੜਕਾ ਰਹੇ ਹਾਂ, ਕੀ ਕਰ ਰਹੀ ਸੀ ਤੂੰ? ਨਿਹਾਲ ਕੌਰ, ਅੱਧੀ ਰਾਤੋਂ ਤੁਸੀਂ ਇੱਥੇ ਕਿਉਂ ਆਏ? ਸਿਪਾਹੀ, ਸਾਰੇ ਘਰਾਂ ਉੱਤੇ ਸਾਡੀ ਨਜ਼ਰ ਸੀ। ਉਹ ਗਲੀ ਦਾ ਮੋੜ ਕੇ ਇੱਧਰ ਹੀ ਆਇਆ ਸੀ। ਨਹਿਰ ਦੇ ਪੁਲ ਉੱਤੇ ਨਾਕਾਬੰਦੀ ਰੱਖੀ ਹੈ। ਅਸਾਂ 4 ਪਾਸਿਆਂ ਤੋਂ ਰਸਤੇ ਘੇਰੇ ਹੋਏ ਨੇ, ਬਚ ਕੇ ਨਹੀਂ ਜਾ ਸਕਦਾ। ਉਹ ਕੌਣ ਬੈਠਾ ਹੈ? ਨਿਹਾਲ ਕੌਰ, ਤੂੰ ਕੌਣ ਹੈ ਇਹ ਪੁੱਛਣ ਵਾਲਾ? ਜਾਂ ਆਪਣੇ ਕੰਮ ਕਰ। ਇਸ ਘਰ ਵਿੱਚ ਕੋਈ ਪਰਾਇਆ ਮਰਦ ਪੈਰ ਨਹੀਂ ਪਾ ਸਕਦਾ। ਥਾਣੇਦਾਰ, ਅਸੀਂ ਤੈਨੂੰ ਕੁਝ ਨਹੀਂ ਆਖਾਂਗੇ, ਪਰ ਮੈਂ ਉਸ ਦੇ ਬਾਰੇ ਜਾਣਨਾ ਚਾਹੁੰਦਾ। ਅੱਗੇ ਵੱਧ ਕੇ, ਕੌਣ ਹੈ ਤੂੰ? ਨਿਹਾਲ ਕੌਰ, ਮੇਰੇ ਨਾਲ ਗੱਲ ਕਰ। ਥਾਣੇਦਾਰ, ਚੁੱਪ ਕਿਉਂ ਬੈਠਾ ਹੈ? ਬੋਲ, ਕੌਣ ਹੈ ਤੂੰ? ਨਿਹਾਲ ਕੌਰ, ਮੇਰਾ ਜਵਾਈ ਅੱਜ ਹੀ ਆਇਆ ਮੇਰੀ ਧੀ ਨੂੰ ਲੈਣ। ਇਸੇ ਲਈ ਖਾਣਾ ਪਕਾ ਰਹੀ ਸੀ, ਤੁਸੀਂ ਬੂਹਾ ਭੰਨਣਾ ਸ਼ੁਰੂ ਕਰ ਦਿੱਤਾ। ਥਾਣੇਦਾਰ ਬੈਠੇ ਬੰਦੇ ਵੱਲ, ਔਰਤ ਬੋਲ ਰਹੀ ਹੈ ਤੇ ਤੂੰ ਚੁੱਪ ਬੈਠਾ ਹੈ। ਕੀ ਨਾਂ ਹੈ ਤੇਰਾ? ਨਿਹਾਲ ਕੌਰ, ਘਰ ਆਏ ਜਵਾਈ ਦਾ ਨਾਂ ਕੌਣ ਪੁੱਛਦਾ ਹੈ? ਨਾਂ ਇਸ ਦਾ ਸਰਵਣ ਸਿੰਘ, ਮੌੜ ਕਲਾਂ ਤੋਂ ਆਇਆ ਹੈ। ਅਰਜਨ ਸਿੰਘ ਦਾ ਪੁੱਤ ਹੈ। 6 ਮਹੀਨੇ ਪਿੱਛੋਂ ਆਇਆ ਹੈ ਆਪਣੇ ਸਹੁਰੀ। ਹਿੰਮਤ ਸਿੰਘ, ਕਿਉਂ ਪਰੇਸ਼ਾਨ ਹੁੰਦੇ ਹੋ? ਤੁਹਾਨੂੰ ਕਿਸ ਦੀ ਤਲਾਸ਼ ਹੈ? ਥਾਣੇਦਾਰ, ਤੇਰੇ ਵਰਗੇ ਇੱਕ ਆਦਮੀ ਦੀ। ਸ਼ਾਇਦ ਤੂੰ ਹੀ ਹੋਵੇਂ। ਹਿੰਮਤ ਸਿੰਘ, ਪਤਾ ਤਾਂ ਲੱਗੇ ਕੀ ਚਾਹੁੰਦੇ ਹੋ? ਰਾਤ ਵੇਲੇ ਪੁਲਿਸ ਕਿਸੇ ਚੋਰ ਡਾਕੂ ਦੇ ਪਿੱਛੇ ਹੀ ਇਉਂ ਨਿਕਲ ਸਕਦੀ ਹੈ? ਕੋਈ ਡਾਕਾ ਪਿਆ ਕਿਧਰੇ? ਥਾਣੇਦਾਰ, ਕਿਸੇ ਸੇਠ ਸ਼ਾਹੂਕਾਰ ਦੇ ਘਰ ਨਹੀਂ, ਸਗੋਂ ਸਰਕਾਰ ਦੇ ਘਰ 100 ਡਾਕੂਆਂ ਨਾਲੋਂ ਵੀ ਬਹੁਤਾ ਖਤਰਨਾਕ ਹੈ ਇੱਕ ਬਾਗੀ। ਅਸੀਂ ਹਿੰਮਤ ਸਿੰਘ ਦੀ ਤਲਾਸ਼ ਵਿੱਚ ਹਾਂ। ਹਿੰਮਤ ਸਿੰਘ? ਉਹ ਖੁਦ ਹੀ ਉਹਨੂੰ ਪੁੱਛੀ ਜਾਂਦਾ ਕਿਉਂਕਿ ਹੈ ਹੀ ਹਿੰਮਤ ਸਿੰਘ ਇਹ। ਥਾਣੇਦਾਰ, ਘਬਰਾ ਕਿਉਂ ਗਿਆ? ਹਿੰਮਤ ਸਿੰਘ, ਉਸਦਾ ਨਾਂ ਤੋਂ ਕੌਣ ਨਹੀਂ ਘਬਰਾਏਗਾ, ਪਰ ਤੀਵੀਆਂ ਵਿੱਚ ਉਸਦਾ ਕੀ ਕੰਮ? ਉਹ ਤਾਂ ਕਿਸੇ ਖੇਤ ਜਾਂ ਜੰਗਲ ਵਿੱਚ ਲੁਕਿਆ ਹੋਵੇਗਾ। ਥਾਣੇਦਾਰ, ਉਹ ਹਰ ਥਾਂ ਲੁਕ ਸਕਦਾ ਹੈ। ਇਸ ਘਰ ਵਿੱਚ ਵੀ ਤੇਰੀਆਂ ਡੌਰ ਭੌਰ ਗੱਲਾਂ ਸੁਣ ਕੇ ਤਾਂ ਮੈਨੂੰ ਤੇਰੇ ਉੱਤੇ ਹੀ ਸ਼ੱਕ ਹੁੰਦਾ ਹੈ। ਜਰਾ ਲਾਲਟਨ ਦੇਵੀਂ, ਮੈਂ ਇਸ ਦਾ ਮੂੰਹ ਤਾਂ ਦੇਖਾਂ। ਨਿਹਾਲ ਕੌਰ, ਜਦੋਂ ਮੈਂ ਆਪਣੀ ਧੀ ਦਾ ਰਿਸ਼ਤਾ ਕੀਤਾ ਸੀ ਤਾਂ ਉਦੋਂ ਵੀ ਇੰਨੀ ਛਾਣਬੀਨ ਨਹੀਂ ਸੀ ਕੀਤੀ। ਲੈ ਦੇਖ ਲੈ। ਥਾਣੇਦਾਰ, ਕੀ ਹੁਲੀਆ ਦਰਜ ਕੀਤਾ ਸੀ? ਸਿਪਾਹੀ ਅੱਗੇ ਕਹਿੰਦਾ, ਕੱਦ ਜਿਹੜਾ ਉਹਦਾ 5 ਫੁੱਟ 8 ਇੰਚ, ਪਤਲਾ ਸਰੀਰ, ਇੱਕ ਅੱਖ ਤੋਂ ਭੈਂਗਾ, ਚਿਹਰੇ ਉੱਤੇ ਮਾਤਾ ਦੇ ਦਾਗ। ਥਾਣੇਦਾਰ, ਇਹਦਾ ਤਾਂ ਹੁਲੀਆ ਹੀ ਹੋਰ ਹੈ। ਹਿੰਮਤ ਸਿੰਘ, ਤਾਂ ਵੀ ਤੁਹਾਡੇ ਖਾਤਰ ਮੈਂ ਆਪਣਾ ਹੁਲੀਆ ਬਦਲ ਲਵਾਂ। ਪੁਲਿਸ ਵੀ ਅਜੀਬ ਹੈ, ਡਾਕੂ ਨੂੰ ਉੱਥੇ ਲੱਭੇਗੀ ਜਿੱਥੇ ਉਹ ਨਾ ਹੋਵੇ। ਸੱਪ ਨਿਕਲ ਜਾਣ ਪਿੱਛੋਂ ਲਕੀਰ ਨੂੰ ਡੰਡੇ ਮਾਰਦੀ ਹੈ। ਚੰਗਾ ਹੈ ਕਿ ਤੁਸੀਂ ਇੱਥੇ ਆਪਣਾ ਸਮਾਂ ਨਸ਼ਟ ਨਾ ਕਰੋ। ਨਿਹਾਲ ਕੌਰ, ਜਦੋਂ ਤੋਂ ਪੁਲਿਸ ਦੀ ਨਫਰੀ ਵੱਧ ਗਈ, ਇਸ ਇਲਾਕੇ ਵਿੱਚ ਜੁਰਮ ਵੱਧ ਗਏ। ਥਾਣੇਦਾਰ ਸਾਹਿਬ, ਇੰਨੀ ਪੁਲਿਸ ਦਾ ਕੀ ਫਾਇਦਾ? ਥਾਣੇਦਾਰ, ਪੁਲਿਸ ਨਾ ਹੋਵੇ ਤਾਂ ਕਿਸਾਨ ਵਿਸਵੇਦਾਰ ਨੂੰ ਖਾ ਜਾਣ, ਹਨੇਰਾ ਮੱਚ ਜਾਵੇ, ਨਾ ਕੋਈ ਰਾਜਾ ਰਹੇ ਨਾ ਕੋਈ ਪਰਚਾ, ਤਬਾਹੀ ਹੋ ਜਾਏ। ਕਿਸਾਨ ਦਾ ਇਕਰਾਰ ਉਦੋਂ ਤੀਕ ਪੁੱਗਦਾ ਹੈ ਜਦੋਂ ਤੀਕ ਉਸ ਦੇ ਸਿਰ ਉੱਤੇ
ਤਲਵਾਰ ਰਹੇ। ਰਤਾ ਦਬਦਬਾ ਘਟ ਗਿਆ ਤਾਂ ਉਹ ਸੰਘੀ ਕੁੱਟਣ ਆਇਆ। ਅਸੀਂ ਕਿਸ਼ਨਗੜ੍ਹ ਬੇਦਖਲੀ ਲਈ ਗਏ। ਬੰਦੂਕ ਦੇਖ ਕੇ ਸਾਰੇ ਕਿਸਾਨ ਡਰ ਗਏ। ਉਹਨਾਂ ਨੇ ਮਾਮਲਾ ਤਾਰਨ ਦਾ ਵਾਅਦਾ ਕੀਤਾ। ਆਥਣ ਤੀਕ ਬਹੁਤ ਸਾਰਾ ਪੈਸਾ ਵਸੂਲ ਹੋਇਆ। ਅਸੀਂ ਪਟਵਾਰੀ ਨੂੰ ਪਿੰਡ ਛੱਡ ਕੇ ਤਹਿਸੀਲ ਪਹੁੰਚੇ। ਰਾਤ ਨੂੰ ਹੀ ਪਟਵਾਰੀ ਦਾ ਖੂਨ ਹੋ ਗਿਆ। ਸਰਕਾਰੀ ਡਿਊਟੀ ਵਿੱਚ ਤਾਂ ਖਤਰਾ ਹੀ ਖਤਰਾ, ਹਰ ਵੇਲੇ ਧੁੜਕੂ ਲੱਗਿਆ ਰਹਿੰਦਾ ਹੈ। ਜੇ ਅਮਨ ਨਾ ਹੋਵੇ ਤਾਂ ਸੱਜਾ ਹੱਥ ਖੱਬੇ ਨੂੰ ਖਾ ਜਾਵੇ। ਸਾਨੂੰ ਹਰ ਰਸਤੇ, ਹਰ ਪਗਡੰਡੀ, ਹਰ ਆਉਣ ਜਾਣ ਵਾਲੇ ਦਾ ਧਿਆਨ ਰੱਖਣਾ ਪੈਂਦਾ। ਤੂੰ ਕਿਹੜੇ ਰਾਹ ਆਇਆ ਸੈਂ? ਹਿੰਮਤ ਸਿੰਘ ਨਹਿਰ ਦੇ ਬਰਾਬਰ ਵਾਲੀ ਡੰਡੀ ਆਪਣੀ ਘਰ ਵਾਲੀ ਨੂੰ ਲੈਣ ਆਇਆ ਸੀ। ਪਿੰਡ ਦੇ ਸਾਰੇ ਰਾਹਾਂ ਦਾ ਭੇਤੀ ਹਾਂ, ਪਰ ਥਾਣੇਦਾਰ ਸਾਹਿਬ ਅੱਜ ਤੀਕ ਕਿਸੇ ਨੇ ਮੈਥੋਂ ਇਸ ਤਰ੍ਹਾਂ ਦਾ ਸਵਾਲ ਨਹੀਂ ਪੁੱਛੇ। ਕਿਸੇ ਨੇ ਕਦੀ ਸ਼ੱਕ ਨਹੀਂ ਕੀਤਾ। ਨਿਹਾਲ ਕੌਰ ਜਿੱਥੇ ਪੁਲਿਸ ਜਾਂਦੀ ਹੈ ਸ਼ੱਕ ਨਾਲ ਜਾਂਦਾ ਹੈ। ਇਹਨਾਂ ਦਾ ਕੰਮ ਹੈ ਤਫਤੀਸ਼ ਕਰਨਾ, ਪਰ ਇਸ ਦਾ ਮਤਲਬ ਇਹ ਨਹੀਂ ਕਿ ਮੇਰੇ ਘਰ ਦੀ ਬੇਇੱਜ਼ਤੀ ਕੀਤੀ ਜਾਵੇ। ਧੀਏ ਬਚਨੋ ਤੂੰ ਸੌਂ ਜਾ, ਤੇ ਪੁੱਤ ਸਰਵਣ ਤੂੰ ਵੀ ਆਰਾਮ ਕਰ। ਸਵੇਰ ਦਾ ਥੱਕਿਆ ਹੋਇਆ ਹੈ, ਕੱਲ ਨੂੰ ਫੇਰ ਪੈਂਡਾ ਮਾਰਨਾ ਹੋ, ਜਾ ਕੇ ਸੌ ਜਾ। ਹਿੰਮਤ ਸਿੰਘ ਤੇ ਬਚਨੋ ਕੋਠੇ ਅੰਦਰ ਚਲੇ ਜਾਂਦੇ ਹਨ। ਥਾਣੇਦਾਰ ਮੈਨੂੰ ਆਖਰੀ ਦਮ ਤੀਕ ਸ਼ੱਕ ਰਿਹਾ। ਮੈਨੂੰ ਇਉਂ ਲੱਗਦਾ ਹੈ ਕਿ ਇਸ ਆਦਮੀ ਦਾ ਹਿੰਮਤ ਸਿੰਘ ਨਾਲ ਕੋਈ ਸੰਬੰਧ ਹੈ। ਸ਼ਾਇਦ ਮੇਰਾ ਵਹਿਮ ਹੋਵੇ। ਇੱਥੇ ਕਿਉਂ ਵਕਤ ਜਾਇਆ ਕਰੀਏ? ਚਲੋ ਉਸਨੂੰ ਲੱਭਦੇ ਹਾਂ। ਮਾਫ਼ ਕਰਨਾ, ਅਸੀਂ ਤਾਂ ਤੇਰੇ ਜਵਾਈ ਨੂੰ ਫੜਨ ਲੱਗੇ ਸਾਂ। ਇੱਥੋਂ ਚੱਲੀਏ ਤੇ ਫਿਰ ਉਸਨੂੰ ਲੱਭੀਏ। ਕਿਧਰੋਂ ਉਹ ਪਿੰਡ ਦੇ ਵਿੱਚ ਹੀ ਹੈ, ਕਿਤੇ ਹੱਥੋਂ ਨਾ ਨਿਕਲ ਜਾਵੇ। ਚੱਲ। ਦੋਨੇ ਜਾਂਦੇ ਹਨ। ਬਾਹਰੋਂ ਸੀਟੀ ਦੀ ਆਵਾਜ਼, ਕਿਸੇ ਦੇ ਦੌੜਨ ਦਾ ਸ਼ੋਰ ਆਉਂਦਾ ਹੈ। ਨਿਹਾਲ ਕੌਰ ਚਲੇ ਗਏ। ਮੇਰਾ ਕਲੇਜਾ ਹੁਣ ਤੀਕ ਧੱਕ ਧੱਕ ਕਰ ਰਿਹਾ ਹੈ। ਹੈਰਾਨੀ ਹੈ ਕਿ ਇਹ ਸਭ ਕੁਝ ਕਿਵੇਂ ਹੋ ਗਿਆ। ਹੁਣ ਖਤਰੇ ਨੂੰ ਘਰ ਵਿੱਚ ਨਹੀਂ ਰੱਖਣਾ ਚਾਹੀਦਾ, ਕਿਤੇ ਕੋਈ ਨਵੀਂ ਮੁਸੀਬਤ ਖੜੀ ਹੋ ਜਾਵੇ। ਗਲੀ ਵਿੱਚ ਵੀ ਚੁੱਪ-ਚਾਂ ਵਰਤ ਗਈ। ਫਿਰ ਉਹੀ ਹਨੇਰਾ, ਉਹੀ ਸਨਾਟਾ। ਬਚਨੋ ਉਹ ਆਵਾਜ਼ਾਂ ਦੇ ਰਹੀ ਹੈ। ਬਚਨੋ ਅਤੇ ਹਿੰਮਤ ਸਿੰਘ ਆਉਂਦੇ ਹਨ। ਹਿੰਮਤ ਸਿੰਘ ਮੈਂ ਤੁਹਾਡਾ ਬੇਹੱਦ ਸ਼ੁਕਰਗੁਜ਼ਾਰ ਹਾਂ। ਨਿਹਾਲ ਕੌਰ ਰਸਤੇ ਘਿਰੇ ਹੋਏ ਨੇ ਸਾਰੇ ਨਾਕਿਆਂ ਤੇ ਚੌਕੀ, ਕਿੱਧਰ ਦੀ ਜਾਵੇਗਾ? ਹਿੰਮਤ ਸਿੰਘ ਇਸ ਗੱਲ ਦਾ ਫਿਕਰ ਨਾ ਕਰੋ। ਪੱਛਮ ਦੇ ਸੌੜੇ ਨਾਕੇ ਲਾਗੇ ਖੇਤ ਵਿੱਚ ਮੇਰੇ ਸਾਥੀ ਮੇਰੀ ਉਡੀਕ ਕਰ ਰਹੇ ਹੋਣਗੇ। ਅੱਗੇ ਨਹਿਰ ਟੁੱਟੀ ਹੋਈ ਹੈ। ਪਾਣੀ ਨੇ ਮੇਰੇ ਬਚਨ ਦਾ ਰਾਹ ਬਣਾ ਰੱਖਿਆ। ਪੁਲਿਸ ਸੋਚ ਵੀ ਨਹੀਂ ਸਕਦੀ ਅਸੀਂ ਇੱਧਰੋਂ ਦੀ ਨਿਕਲ ਸਕਦੇ ਹਾਂ। ਮੇਰੇ ਆਦਮੀ ਹੁਸ਼ਿਆਰ ਹਨ, ਉਹਨਾਂ ਨੇ ਸਾਰਾ ਇੰਤਜ਼ਾਮ ਕਰ ਰੱਖਿਆ ਹੋਵੇਗਾ। ਨਿਹਾਲ ਕੌਰ ਵਾਹਿਗੁਰੂ ਤੇਰੀ ਰਕਸ਼ਾ ਕਰੇ। ਹਿੰਮਤ ਸਿੰਘ ਪੁਲਿਸ ਨਾਲ ਕਦੀ ਇਸ ਤਰ੍ਹਾਂ ਟਾਕਰਾ ਨਹੀਂ ਹੋਇਆ। ਹਮੇਸ਼ਾ ਭੇਸ ਬਦਲ ਕੇ ਨਿਕਲਦਾ। ਉਹਨਾਂ ਦੀ ਡਾਇਰੀ ਵਿੱਚ ਮੇਰਾ ਕਈ ਹੁਲੀਏ ਦਰਜ ਨੇ। ਮੇਰਾ ਅਸਲੀ ਹੁਲੀਆ ਉਹ ਨਹੀਂ ਜਾਣਦੇ। ਜੇ ਉਹ ਅੱਜ ਭੇਸ ਵਟਾਇਆ ਹੁੰਦਾ ਤਾਂ ਸ਼ਾਇਦ ਫੜਿਆ ਜਾਂਦਾ। ਮੇਰਾ ਅਸਲੀ ਰੂਪ ਹੀ ਇਸ ਤਰ੍ਹਾਂ ਦਾ ਭੇਸ ਸੀ। ਥਾਣੇਦਾਰ ਨੇ ਸ਼ੱਕੀ ਨਜ਼ਰ ਨਾਲ ਦੇਖਿਆ, ਪਰ ਤੁਸੀਂ ਬਚਾ ਲਿਆ। ਸਮਾਜ ਰੀਤ ਨੂੰ ਠੁਕਰਾ ਕੇ ਇਖਲਾਕ ਦੀ ਦਮੀ ਚਿੰਗਾੜੀ ਦਿੱਤੀ। ਮੈਂ ਇਹ ਅਹਿਸਾਨ ਸਾਰੀ ਉਮਰ ਨਹੀਂ ਭੁੱਲਾਂਗਾ। ਹਿੰਮਤ ਸਿੰਘ ਬੂਹੇ ਉੱਤੇ ਜਾ ਕੇ ਰੁਕਦਾ ਹੈ, ਦੋਵਾਂ ਵੱਲ ਧੰਨਵਾਦੀ ਨਜ਼ਰਾਂ ਨਾਲ ਦੇਖਦਾ ਹੈ ਤੇ ਬਾਹਰ ਨਿਕਲ ਜਾਂਦਾ ਹੈ। ਨਿਹਾਲ ਕੌਰ ਬਾਹਰ ਜਾ ਕੇ ਉਹ ਹਨੇਰੇ ਵਿੱਚ ਲੋਪ ਗਿਆ। ਛਲੇਡੇ ਵਾਂਗ ਸਾਰੀ ਘਟਨਾ ਅਜੀਬ ਜਿਹੀ ਲੱਗਦੀ ਹੈ। ਉਸਨੇ ਜਿਵੇਂ ਟੂਣਾ ਕਰ ਦਿੱਤਾ ਹੋਵੇ। ਮੈਂ ਤੈਨੂੰ ਵੀ ਉਸਦੇ ਹਵਾਲੇ ਕਰਨ ਤੋਂ ਨਾ ਝਿਜਕੀ। ਉਸਨੂੰ ਜਵਾਈ ਦੱਸਿਆ। ਮੈਂ ਆਪਣੇ ਆਪ ਨੂੰ ਗਾਲ ਕੱਢੀ। ਬਚਨੋ ਮੈਨੂੰ ਮਾਫ਼ ਕਰੇ। ਬਚਨੋ ਇਹ ਨਹੀਂ ਸੀ ਹੋਣਾ ਚਾਹੀਦਾ, ਪਰ ਇਸ ਦੇ ਵਿੱਚ ਮੇਰਾ ਵੀ ਤਾਂ ਕਸੂਰ ਹੈ। ਨਿਹਾਲ ਕੌਰ ਇਸ ਦਾ ਜ਼ਿਕਰ ਕਿਸੇ ਕੋਲ ਨਹੀਂ ਕਰਨਾ। ਬਚਨੋ ਇਹ ਥਾਲੀਆਂ ਚੁੱਕ ਦਿਆਂ। ਉਸਨੇ ਰੋਟੀ ਦੀ ਬੁਰਕੀ ਤੀਕ ਨਹੀਂ ਭੰਨੀ। ਨਿਹਾਲ ਕੌਰ ਅਜਿਹੀ ਹਾਲਤ ਵਿੱਚ ਕੌਣ ਰੋਟੀ ਖਾਂਦਾ ਹੈ? ਹਲਕੀ ਜਿਹੀ ਦਸਤਕ, ਸ਼ਾਇਦ ਫੇਰ ਪਰਤ ਆਇਆ। ਕਿਸੇ ਪਾਸੇ ਨਿਕਲਣ ਦਾ ਰਾਹ ਨਾ ਹੀ ਲੱਭਾ ਹੋਣਾ, ਪਰ ਹੁਣ ਅਸੀਂ ਉਸਨੂੰ ਪਨਾਹ ਨਹੀਂ ਦਿਆਂਗੀਆਂ। ਦਸਤਕ ਕੌਣ ਹੈ? ਆਵਾਜ਼ ਬੂਹਾ ਖੋਲੋ। ਬਚਨੋ ਇਹ ਤਾਂ ਉਹ ਹੈ। ਲੈਲਟਨ ਫੜਾ, ਬੂਹਾ ਖੋਲ। ਨਿਹਾਲ ਕੌਰ ਛੇਤੀ ਖੋਲ ਬੂਹਾ। ਆਥਣ ਦੀ ਉਸਦੀ ਵਾਟ ਦੇਖ ਰਹੀ ਹਾਂ। ਬਚਨੋ ਅੱਗੋਂ ਬੂਹਾ ਖੋਲਦੀ ਹੈ। ਬਚਨੋ ਸ਼ੁਕਰ ਹੈ ਤੂੰ ਆ ਗਿਆ, ਬੜੀ ਉਡੀਕ ਕਰਵਾਈ। ਸਰਵਨ ਸਤਿ ਸ੍ਰੀ ਅਕਾਲ ਮਾਸੀ। ਨਿਹਾਲ ਕੌਰ ਜਿਉਂਦਾ ਰਹਿ ਪੁੱਤ, ਆ ਤੈਨੂੰ ਪਿਆਰ ਦੇਵਾਂ। ਬਚਨੋ ਆਥਣ ਦੀ ਰੋਟੀ ਪਰੋਸੀ ਬੈਠੀ ਹੈ। ਸਰਵਣ ਮੈਨੂੰ ਵੀ ਭੁੱਖ ਲੱਗੀ ਹੈ। ਬਚਨੋ ਦੇ ਹੱਥਾਂ ਦੀ ਰੋਟੀ ਖਾਣ ਨੂੰ ਤਰਸ ਗਿਆ। ਬਚਨੋ ਹੱਥ ਧੋ ਲੈ, ਰੋਟੀ ਗਰਮ ਹੈ। ਇੰਨਾ ਚਿਰ ਕਿੱਥੇ ਲੱਗ ਗਿਆ? ਸਰਵਣ ਨਹਿਰ ਦੇ ਪਾਣੀ ਨੇ ਸਾਰੇ ਰਾਹ ਬੰਦ ਕਰ ਰੱਖੇ ਨੇ ਤੇ ਐਤਕਾਂ ਡਾਕੇ ਵੀ ਕੁਝ ਬਹੁਤੇ ਪਏ ਨੇ। ਇੱਕ ਨਾਕੇ ਉੱਤੇ ਪੁਲਿਸ ਦੀ ਚੌਂਕੀ ਬੈਠੀ ਹੋਈ ਸੀ। ਮੈਂ ਲੰਘਿਆ ਤਾਂ ਮੈਨੂੰ ਘੇਰ ਲਿਆ। 72 ਸਵਾਲ ਪੁੱਛਣ ਲੱਗੇ ਕਿੱਥੇ ਜਾ ਰਹੇ? ਮੈਂ ਕਿਹਾ ਸੌਰੀ। ਉਹਨਾਂ ਵਿੱਚੋਂ ਇੱਕ ਨੇ ਸ਼ਰਾਬ ਪੀਤੀ ਸੀ। ਉਹਨੇ ਠਾਕਾ ਮਾਰਿਆ ਤੇ ਬੋਲਿਆ ਅੱਧੀ ਰਾਤੋਂ ਘਰ ਵਾਲੀ ਦੇ ਚੇਤੇ ਆ ਗਏ।
ਅੱਧੀ ਰਾਤੋਂ ਘਰ ਵਾਲੀ ਚੇਤੇ ਆ ਗਈ ਤੇ ਨੀਂਦ ਵਿੱਚ ਹੀ ਉੱਠ ਕੇ ਸਹੁਰਿਆਂ ਨੂੰ ਤੁਰ ਪਿਆ। ਉਹ ਫਿਰ ਹੱਸਣ ਲੱਗ ਪਿਆ। ਨਿਹਾਲ ਕੌਰ, ਇਸ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ? ਸਰਵਣ, ਉਸਨੂੰ ਸ਼ੱਕ ਸੀ ਜਾਂ ਸ਼ਾਇਦ ਨਸ਼ੇ ਵਿੱਚ ਬਕ ਰਿਹਾ ਸੀ। ਮੇਰੇ ਹੱਥ ਵਿੱਚ ਡਾਂਗ ਤੇ ਕੱਛੇ ਗਠੜੀ ਮਾਰੀ ਹੋਈ ਸੀ। ਗਠੜੀ ਨੂੰ ਟਟੋਲ ਕੇ ਬੋਲਿਆ, ਕੋਈ ਦਾਰੂ ਫੀਮ ਤਾਂ ਨਹੀਂ? ਉਹਨਾਂ ਮੇਰਾ ਨਾਂ, ਪਿੰਡ ਦਾ ਪਤਾ ਤੇ ਸਹੁਰਿਆਂ ਦਾ ਠਿਕਾਣਾ ਪੁੱਛਿਆ। ਮੈਂ ਕਿਹਾ, ਹੌਲਦਾਰ ਜੀ, ਅੱਜ ਇਹ ਪੁੱਛ-ਗਿੱਛ ਕਿਵੇਂ ਹੋ ਰਹੀ ਹੈ? ਬੋਲਿਆ, ਡੰਡੀ ਫੜ, ਪੁਲਿਸ ਦੀ ਗੱਲ ਵਿੱਚ ਦਖਲ ਨਹੀਂ ਦੇਈਦਾ। ਇਸ ਪਿੱਛੋਂ ਉਹਨਾਂ ਨੇ ਕੁਝ ਕੁਸਰ-ਮੁਸਰ ਕੀਤੀ, ਜਿਵੇਂ ਹਨੇਰੇ ਵਿੱਚ ਖੁਰਾ ਕੱਢ ਰਹੇ ਹੋਣ। ਨਿਹਾਲ ਕੌਰ, ਬੈਠ ਕੇ ਰੋਟੀ ਖਾ ਬਚਨਾ, ਇਹਦੀ ਗਠੜੀ ਅੰਦਰ ਰੱਖ ਤੇ ਤੂੰ ਵੀ ਰੋਟੀ ਖਾ ਲੈ। ਬਚਨੋਂ ਤੇ ਸਰਵਣ ਚੁੱਲ੍ਹੇ ਕੋਲ ਰੋਟੀ ਲੈ ਕੇ ਬੈਠ ਕੇ ਰੋਟੀ ਖਾਣ ਲੱਗਦੇ ਹਨ। ਸਰਵਣ, ਤੇਰੇ ਹੱਥ ਦੀ ਰੋਟੀ ਕਦੀ ਕਦੀ ਮਿਲਦੀ ਹੈ ਮਾਸੀ, ਬਿਲਕੁਲ ਉਹ ਸਵਾਦ ਹੈ ਜਿਹੜਾ ਬਚਨੋਂ ਦੀ ਬਣਾਈ ਰੋਟੀ ਦਾ ਹੁੰਦਾ ਹੈ। ਨਿਹਾਲ ਕੌਰ, ਤੂੰ ਸੁਨੇਹਾ ਭੇਜਿਆ ਸੀ ਕਿ ਮਾਂ ਬਿਮਾਰ ਹੈ? ਮੈਂ ਬਚਨੋਂ ਨੂੰ ਛੇਤੀ ਭੇਜ ਦਿਆਂ। ਇਸਨੇ ਤਿਆਰੀ ਵੀ ਕਰ ਲਈ, ਪਰ ਮੈਂ ਸਮਝ ਗਈ ਸਾਂ ਕਿ ਮਾਂ ਦੀ ਬਿਮਾਰੀ ਦਾ ਬਹਾਨਾ ਹੈ, ਬਚਨੋਂ ਨੂੰ ਆਪਣੇ ਕੋਲ ਸੱਦਣਾ ਚਾਹੁੰਦਾ ਹੈ। ਸਰਵਣ, ਤੂੰ ਠੀਕ ਹੀ ਸਮਝਿਆ, ਬਿਜਾਈ ਹੋ ਰਹੀ ਸੀ, ਕੰਮ ਦਾ ਜ਼ੋਰ ਸੀ, ਇਸ ਲਈ ਚਾਹੁੰਦਾ ਸਾਂ ਇਹ ਆ ਜਾਵੇ। ਬਚਨੋਂ, ਤੂੰ ਲੈਣ ਆਉਣਾ ਤਾਂ ਜਾਂਦੀ, ਮੈਂ ਪਰਸੋਂ ਤੋਂ ਸਮਾਨ ਬੰਨ੍ਹ ਰੱਖਿਆ, ਹਰ ਰੋਜ਼ ਤੈਨੂੰ ਉਡੀਕਦੀਆਂ। ਭਾਰੀ ਦਸਤਕ ਤੇ ਸੀਟੀ ਦੀ ਆਵਾਜ਼ ਆਉਂਦੀ ਹੈ। ਆਵਾਜ਼, ਛੇਤੀ ਦਰਵਾਜ਼ਾ ਖੋਲ੍ਹੋ। ਨਿਹਾਲ ਕੌਰ, ਕੌਣ ਆ ਗਿਆ? ਇਹ ਸੀਟੀ ਦੀ ਆਵਾਜ਼ ਕਿਵੇਂ? ਬਚਨੋਂ, ਮੈਨੂੰ ਡਰ ਲੱਗ ਰਿਹਾ ਹੈ। ਨਿਹਾਲ ਕੌਰ, ਡਰ ਕਾਹਦਾ? ਆਪਣੇ ਘਰ ਵਿੱਚ ਬੈਠੇ ਹਾਂ, ਕਿਸੇ ਦਾ ਦਾਬਾ ਨਹੀਂ। ਤੁਸੀਂ ਆਰਾਮ ਨਾਲ ਰੋਟੀ ਖਾਓ, ਮੈਂ ਬੂਹਾ ਖੋਲ੍ਹਦੀ ਹਾਂ। ਲਾਲਟਨ ਲੈ ਕੇ ਜਾਂਦੀ ਹੈ ਤੇ ਥਾਣੇਦਾਰ ਤੇ ਸਿਪਾਹੀ ਦਾਖਲ ਹੁੰਦੇ ਹਨ। ਥਾਣੇਦਾਰ, ਉਹ ਬੈਠਾ ਹੈ, ਮੈਨੂੰ ਪਤਾ ਸੀ ਇੱਥੇ ਹੀ ਹੋਵੇਗਾ। ਸਿਪਾਹੀ, ਜਨਾਬ, ਇਸ ਘਰ ਉੱਤੇ ਸਾਡੀ ਬੜੀ ਨਜ਼ਰ ਸੀ, ਤੁਹਾਡਾ ਖਿਆਲ ਦਰੁਸਤ ਨਿਕਲਿਆ। ਨਿਹਾਲ ਕੌਰ, ਕੀ ਚਾਹੁੰਦੇ ਹੋ? ਹੁਣ ਬਹੁਤੀ ਪੁੱਛ-ਗਿੱਛ ਦੀ ਲੋੜ ਨਹੀਂ। ਪੁਲਿਸ ਦੇ ਨਾਕੇ ਤੋਂ ਜਦੋਂ ਇਹ ਪਿੰਡ ਆਇਆ ਤਾਂ ਮੇਰੀ ਆਦਮੀਆਂ ਨੇ ਇਸ ਦਾ ਪਿੱਛਾ ਕੀਤਾ। ਨਿਹਾਲ ਕੌਰ, ਪਰ ਇਹ ਤਾਂ ਹਾਂ ਕਹਿ ਦੇ, ਇਹ ਮੇਰਾ ਜਵਾਈ ਹੈ। ਬੋਲ, ਚੁੱਪ ਕਿਉਂ ਹੋ ਗਈ? ਕੌਣ ਹੈ ਇਹ? ਮੇਰਾ ਜਵਾਈ। ਨਿਹਾਲ ਕੌਰ ਨੇ ਉਹਨੂੰ ਅਸਲੀ ਦੱਸਿਆ। ਥਾਣੇਦਾਰ, ਹਾਂ, ਉਹੀ ਚੁੱਲ੍ਹਾ, ਉਹੀ 2 ਥਾਲੀਆਂ, ਉਹੀ ਮਾਂ, ਉਹੀ ਧੀ। ਕਿੰਨੇ ਨੇ ਤੇਰੇ ਜਵਾਈ? ਜਵਾਬ ਦੇ। ਤੂੰ ਤਾਂ ਆਖਦੀ ਸਾਂ ਉਹ ਕੁੜੀ ਨੂੰ ਲੈਣ ਆਇਆ, ਕਿੱਥੇ ਗਿਆ ਤੇਰਾ ਪਹਿਲਾ ਜਵਾਈ? ਖਬਰਦਾਰ ਜੇ ਮੇਰੀ ਘਰਵਾਲੀ ਬਾਰੇ ਕੁਝ ਬੋਲਿਆ। ਥਾਣੇਦਾਰ, ਤੂੰ ਕੌਣ ਹੈ ਇਸਨੂੰ ਘਰਵਾਲੀ ਕਹਿਣ ਵਾਲਾ? ਹੋਸ਼ ਨਾਲ ਗੱਲ ਕਰ ਓਏ। ਥਾਣੇਦਾਰ, ਹੋਸ਼ ਤਾਂ ਤੈਨੂੰ ਉਦੋਂ ਆਵੇਗੀ ਜਦੋਂ ਜੇਲ੍ਹ ਵਿੱਚ ਚੱਕੀ ਪੀਣੀ ਪਈ। ਤੇਰੇ ਵਰਗੇ ਮੁਲਜ਼ਮਾਂ ਲਈ ਉੱਥੇ ਪੂਰਾ ਇੰਤਜ਼ਾਮ ਹੈ। ਨਿਹਾਲ ਕੌਰ, ਮੂੰਹ ਝੋਸ ਦਿਆਂਗੀ ਜੇ ਮੇਰੇ ਜਵਾਈ ਨੂੰ ਹੱਥ ਲਾਇਆ। ਖਬਰਦਾਰ ਜੇ ਅਗਾਂਹ ਵਧਿਆ, ਤੂੰ ਮੇਰੀ ਇੱਜ਼ਤ ਨੂੰ ਹੱਥ ਪਾਇਆ ਤਾਂ ਤੇਰੀ ਸਾਰੀ ਥਾਣੇਦਾਰੀ ਧਰੀ ਧਰਾਈ ਰਹਿ ਜਾਏਗੀ। ਸਰਵਣ ਬੋਲ ਰਿਹਾ ਹੈ ਡਾਇਲੌਗ। ਤੇਰੇ ਵਰਗੇ ਕਈ ਹੈਂਕੜਬਾਜ਼ ਅਫਸਰ ਦੇ ਵੱਲ ਕੱਢੇ ਨੇ ਮੈਂ, ਰਿਸ਼ਵਤ ਖਾ ਖਾ ਕੇ ਅੱਖਾਂ ਉੱਤੇ ਚਰਬੀ ਚੜੀ ਪਈ ਹੈ। ਥਾਣੇਦਾਰ, ਕੋਈ ਡਾਕੂ ਜਾਂ ਬਾਗੀ ਜਦੋਂ ਘਰ ਜਾਵੇ ਤਾਂ ਇੱਜ਼ਤ ਦੀਆਂ ਗੱਲਾਂ ਕਰਨ ਲੱਗ ਪੈਂਦਾ ਹੈ। ਤੁਸੀਂ ਲੋਕ ਪਹਿਲਾਂ ਅਮਨ ਤਬਾਹ ਕਰਦੇ ਹੋ, ਫਿਰ ਅਮਨ ਦੇ ਨਾਅਰੇ ਲਾਉਂਦੇ ਹੋ। ਪਹਿਲਾਂ ਕਾਨੂੰਨ ਤੋੜਦੇ ਹੋ, ਫਿਰ ਕਾਨੂੰਨ ਦੀ ਪਨਾਹ ਮੰਗਦੇ ਹੋ। ਬਹੁਤੀਆਂ ਹੁਜਤਾਂ ਨਾ ਭੇੜ। ਸਿਪਾਹੀਆਂ ਦੇ ਪੂਰੇ ਦਸਤੇ ਨੇ ਇਸ ਮਕਾਨ ਨੂੰ ਘੇਰਿਆ ਹੋਇਆ ਹੈ। ਸੀਟੀ ਦੀ ਆਵਾਜ਼ ਸੁਣਦੇ ਹੀ ਸਾਰੇ ਇੱਥੇ ਆ ਖੜੇ ਹੋਣਗੇ। ਸਿਪਾਹੀ ਨੂੰ, ਕੇਰ ਸਿੰਘਾ, ਜਾ ਕੋਠੇ ਦੀ ਤਲਾਸ਼ੀ ਲੈ, ਘਰ ਦਾ ਚੱਪਾ ਚੱਪਾ ਛਾਣ ਮਾਰ, ਦੇਖ ਇੱਥੇ ਹੋਰ ਕੌਣ ਲੁਕਿਆ ਹੋਇਆ ਹੈ। ਮੈਂ ਇਹਨਾਂ ਤਿੰਨਾਂ ਦੀ ਨਿਗਰਾਨੀ ਕਰਦਾ ਹਾਂ। ਸਿਪਾਹੀ ਜੋ ਹੁਕਮ ਅੰਦਰ ਜਾਂਦਾ ਹੈ। ਨਿਹਾਲ ਕੌਰ, ਛਾਣ ਮਾਰੋ ਸਾਰਾ ਘਰ, ਤੁਹਾਨੂੰ ਕੁਝ ਨਹੀਂ ਮਿਲੇਗਾ। ਇਸ ਘਰ ਵਿੱਚ ਸਾਡਾ ਤਿੰਨਾਂ ਤੋਂ ਬਿਨਾਂ ਹੋਰ ਕੋਈ ਨਹੀਂ। ਮੇਰੀ ਧੀ, ਮੇਰਾ ਜਵਾਈ ਤੇ ਮੈਂ। ਉਹ ਆਪਣੇ ਸਹੁਰੀ ਜਾ ਰਹੀ ਹੈ। ਇਹ ਰਹੀ ਉਸਦੀ ਕੱਪੜਿਆਂ ਦੀ ਗਠੜੀ, ਰੋਟੀ ਦਾ ਡੱਬਾ। ਥਾਣੇਦਾਰ, ਬਹੁਤ ਚਲਾਕ ਬਣਦੀ ਹੈ, ਅਸੀਂ ਤੇਰੀਆਂ ਗੱਲਾਂ ਵਿੱਚ ਨਹੀਂ ਆਉਣ ਲੱਗੇ। ਇਸ ਘਰ ਵਿੱਚ ਹਾਲੇ ਤੀਕ ਬਗਾਵਤ ਦੀ ਬੂ ਨਹੀਂ ਗਈ। 20 ਸਾਲ ਬੀਤ ਗਏ, ਉਸਦੇ ਨੇ ਸਰਕਾਰ ਨਾਲ ਟੱਕਰ ਲਈ ਸੀ, ਤੇਰਾ ਘਰ ਬਰਬਾਦ ਹੋ ਗਿਆ। ਤੂੰ ਸਮੇਂ ਤੋਂ ਕੁਝ ਨਾ ਸਿੱਖਿਆ, ਵਕਤ ਦੀ ਰਮਜਨਾ ਨੂੰ ਨਾ ਪਛਾਣਿਆ। ਮੈਂ ਤੇਰਾ ਐਤਵਾਰ ਕੀਤਾ, ਪਰ ਤੂੰ ਧੋਖਾ ਦਿੱਤਾ। ਹੁਣ ਮੈਂ ਕਦੀ ਯਕੀਨ ਨਹੀਂ ਕਰਾਂਗਾ ਕਿ ਇਹ ਤੇਰਾ ਜਵਾਈ ਹੈ। ਇਹ ਪਖੰਡ ਹੈ, ਸੁਆਂਗ ਹੈ। ਨਾ ਤੇਰਾ ਕੋਈ ਜਵਾਈ ਹੈ, ਨਾ ਪੁੱਤ। ਤੇਰਾ ਘਰ ਬਾਗੀਆਂ ਨੂੰ ਪਨਾਹ ਦੇਣ ਦਾ ਅੱਡਾ ਹੈ। ਗ੍ਰਿਫਤਾਰ ਕਰ ਲਓ ਇਸ ਬਾਗੀ ਨੂੰ। ਸਿਪਾਹੀ, ਹਜੂਰ, ਅੰਦਰ ਤਾਂ ਕੋਈ ਨਹੀਂ, ਇਹ ਹੈ ਸਾਡਾ ਮੁਜਰਮ। ਸਰਵਣ ਸਿੰਘ, ਅੱਗੇ ਵਧਿਆ ਤਾਂ ਸਿਰ ਪਾੜ ਦਿਆਂਗਾ। ਥਾਣੇਦਾਰ, ਸੀਟੀ ਵਜਾ ਕੇ, ਖਬਰਦਾਰ ਜੇ ਹਿੱਲਿਆ ਆਪਣੀ ਥਾਂ ਤੋਂ ਪਿਸਤੌਲ ਨਾਲ ਥਾਂ ਢੇਰ ਕਰ ਦਿਆਂਗਾ। ਇਸ ਨੂੰ ਹੱਥਕੜੀ ਲਾਓ। ਗਲੀ ਵਿੱਚ ਭਾਰੀ ਬੂਟਾਂ ਦਾ ਦਗੜ ਆਉਂਦੀ ਹੈ। ਫਿਰ ਸਨਾਟਾ। ਸਿਪਾਹੀ ਸਰਵਣ ਨੂੰ ਗ੍ਰਿਫਤਾਰ ਕਰਦੇ ਹੈ, ਲੈ ਚੱਲੋ ਇਸ ਨੂੰ। ਦੋਨੋਂ ਸਰਵਣ ਨੂੰ ਫੜ ਕੇ ਬਾਹਰ ਲੈ ਜਾਂਦੇ ਹਨ। ਨਿਹਾਲ ਕੌਰ ਸਖਤੇ ਵਿੱਚ ਖੜੀ ਹੈ। ਬਚਨੋਂ ਚੀਕ ਮਾਰ ਕੇ ਬੂਹੇ ਵੱਲ ਵੱਧਦੀ ਹੈ ਤੇ ਧਰਤੀ ਉੱਤੇ ਡਿੱਗ ਕੇ ਸਿਸਕਣ ਲੱਗ ਪੈਂਦੀ ਹੈ। ਇਹਦੇ ਨਾਲ ਹੀ ਪਰਦਾ ਗਿਰ ਜਾਂਦਾ ਹੈ। ਸੋ ਵਿਦਿਆਰਥੀਓ, ਇਸ ਇਕਾਂਗੀ ਦੇ ਵਿੱਚ ਦੱਸਿਆ
ਕਿ ਜਿਹੜੇ ਦੇਸ਼ ਭਗਤ ਲੋਕ ਹੈ, ਜਿਹੜੇ ਲੋਕਾਂ ਦੇ ਲਈ ਸੰਘਰਸ਼ ਕਰਨ ਵਾਲੇ ਪਰਿਵਾਰ ਹੈ, ਉਹਨਾਂ ਦੇ ਖੂਨ ਦੇ ਵਿੱਚ ਹਮੇਸ਼ਾ ਹੀ ਉਸ ਤਰ੍ਹਾਂ ਦੀ ਗੱਲ ਹੀ ਰਹਿੰਦੀ ਹੈ। ਉਸੇ ਤਰ੍ਹਾਂ ਦੇ ਉਹ ਲੋਕਾਂ ਦੇ ਲਈ ਜੂਝਦੇ ਰਹਿੰਦੇ ਆ, ਉਹਨਾਂ ਦੇ ਹਿੱਤਾਂ ਦੇ ਲਈ ਜੂਝਦੇ ਰਹਿੰਦੇ ਆ। ਇਸੇ ਤਰ੍ਹਾਂ ਦੇ ਨਾਲ ਨਿਹਾਲ ਕੌਰ ਦਾ ਜਿਹੜਾ ਪਰਿਵਾਰ ਹੈ, ਉਹਦਾ ਪਤੀ ਮਰ ਜਾਂਦਾ ਹੈ ਤੇ ਬਚਨੋਂ ਦਾ ਜਿਹੜਾ ਉਹਦੀ ਧੀ ਦਾ ਜਿਹੜਾ ਪਤੀ ਹੁੰਦਾ ਹੈ ਸਰਵਣ, ਉਹ ਵੀ ਪਕੜਿਆ ਜਾਂਦਾ ਪੁਲਿਸ ਤੋਂ ਇੱਕ ਬਾਗੀ ਨੂੰ ਬਚਾਉਣ ਦੇ ਲਈ। ਇਸ ਤਰ੍ਹਾਂ ਦਾ ਹੁੰਦਾ। ਸੋ ਉਹ ਪਰਿਵਾਰਾਂ ਦੇ ਵਿੱਚ ਕਦੇ ਵੀ ਲੋਕਾਂ ਦੇ ਨਾਲ ਧੋਖੇ ਦੀ ਗੱਲ ਨਹੀਂ ਕੀਤੀ ਜਾਂਦੀ ਔਰ ਉਹ ਲੋਕ ਸੰਘਰਸ਼ ਦੇ ਵਿੱਚ ਹਮੇਸ਼ਾ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਆ। ਇਸ ਦੇ ਨਾਲ ਹੀ ਇਹ ਇਕਾਂਗੀ ਖਤਮ ਹੁੰਦੀ ਹੈ। ਆਪਾਂ ਅਗਲੇ ਲੈਕਚਰ ਦੇ ਵਿੱਚ ਅਗਲੀ ਇਕਾਂਗੀ ਦੀ ਗੱਲ ਕਰਾਂਗੇ। ਇਸ ਇਕਾਂਗੀ ਦਾ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਸਾਰ।